ਗੁੱਡ ਮਾਰਨਿੰਗ ਸਟੂਡੈਂਟਸ। ਜਿਵੇਂ ਤੁਹਾਨੂੰ ਪਤਾ ਹੈ ਆਪਾਂ ਇੱਕ ਮੈਥ ਦੀ ਸੀਰੀਜ਼ ਸਟਾਰਟ ਕੀਤੀ ਹੈ ਜਿਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਚੈਪਟਰ ਸਟਾਰਟ ਕੀਤਾ ਰੇਸ਼ੋ ਐਂਡ ਪ੍ਰੋਪੋਰਸ਼ਨ। ਇਹ ਚੈਪਟਰ ਤੁਹਾਨੂੰ ਫ੍ਰੀ ਆਫ ਕਾਸਟ YouTube ਦੇ ਉੱਤੇ ਪ੍ਰੋਵਾਈਡ ਕੀਤਾ ਜਾਵੇਗਾ। ਫ੍ਰੀ ਆਫ ਕਾਸਟ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕੰਟੈਂਟ ਦੀ ਕੋਈ ਕਮੀ ਮਿਲੂਗੀ। ਕੰਟੈਂਟ ਤੁਹਾਨੂੰ ਉਨਾ ਹੀ ਮਿਲੂਗਾ ਜਿੰਨਾ ਕਿਸੇ ਪੇਡ ਕੋਰਸ ਦੇ ਵਿੱਚ ਅਸੀਂ ਕਰਾਂਗੇ। ਠੀਕ ਹੈ, ਹੁਣ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਜਿਹੜਾ ਰੇਸ਼ੋ ਐਂਡ ਪ੍ਰੋਪੋਰਸ਼ਨ ਹੈ ਉਹ ਕੀ ਹੈ, ਬੇਸ ਹੈ। ਬੇਸ ਕਿਹਦਾ ਹੈ? ਮੈਥਸ ਦਾ। ਮੈਥ ਚਾਹੇ ਉਹ ਅਰਥਮੈਟਿਕ ਹੈ ਚਾਹੇ ਉਹ ਐਡਵਾਂਸ ਹੈ। ਪਿਛਲੇ ਲੈਕਚਰ ਦੇ ਵਿੱਚ ਆਪਾਂ ਇੰਟਰੋਡਕਸ਼ਨ ਬਾਰੇ ਪੜ੍ਹਿਆ ਸੀ। ਦੈਟ ਮੀਨਸ ਰੇਸ਼ੋ ਹੁੰਦੀ ਕੀ ਹੈ, ਕਿਵੇਂ ਆਪਾਂ ਕੰਬਾਈਨਡ ਰੇਸ਼ੋਸ ਕੱਢਦੇ ਹਾਂ। ਅੱਜ ਉਹਦੀ ਆਪਾਂ ਇੰਪਲੀਮੈਂਟੇਸ਼ਨ ਕਰਕੇ ਦੇਖਾਂਗੇ ਵੀ ਕਿਵੇਂ ਆਪਾਂ ਉਹਨਾਂ ਨਾਲ ਕੁਐਸਚਨਸ ਸੋਲਵ ਕਰ ਸਕਦੇ ਹਾਂ। ਤੋਂ ਅੱਜ ਤੋਂ ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਨੂੰ ਇੱਕ ਹਫ਼ਤੇ ਦੇ ਅੰਦਰ ਆਪਦੇ ਅੰਦਰ ਚੇਂਜ ਦਿਖਣਾ ਸਟਾਰਟ ਹੋ ਜਾਏਗਾ। ਬਟ ਮੈਂ ਤੁਹਾਨੂੰ ਗਾਰੰਟੀ ਦਿੰਦਾ ਹੈ ਅੱਜ ਦੇ ਲੈਕਚਰ ਤੋਂ ਬਾਅਦ ਇਸ ਟਾਈਪ ਦੇ ਕੁਐਸਚਨਸ ਜਦੋਂ ਤੁਸੀਂ ਕਰੋਗੇ ਤੁਹਾਨੂੰ ਆਪਦੇ ਅੰਦਰ ਫਿਰ ਚੇਂਜ ਦਿਖਣਾ ਸ਼ੁਰੂ ਹੋ ਜਾਏਗਾ ਸਿਰਫ ਅੱਜ ਦੇ ਲੈਕਚਰ ਤੋਂ ਬਾਅਦ। तो चलो ਅੱਜ ਆਪਾਂ ਸਟਾਰਟ ਕਰਦੇ ਹਾਂ ਰੇਸ਼ੋ ਦੇ ਕੁਐਸਚਨਸ। ਸਭ ਤੋਂ ਪਹਿਲਾ ਕੁਐਸਚਨ ਕੀ ਹੈ, ਕਹਿੰਦੇ A and B work in an office where A gets ₹20,000 at salary। A ਤੇ B ਕਿਸੇ ਆਫਿਸ ਦੇ ਵਿੱਚ ਕੰਮ ਕਰ ਰਹੇ ਹੈ ਜਿਹਦੇ ਵਿੱਚ A ਦੀ ਸੈਲਰੀ ਕਿੰਨੀ ਹੈ, 20,000 ਰੁਪਏ। ਕਹਿੰਦੇ if ratio of salaries of A and B is 5:4 then what will be the salary of B। ਹੁਣ ਇਹਨਾਂ ਨੇ ਕੀ ਕਿਹਾ, ਕਹਿੰਦੇ ਇੱਕ ਆਫਿਸ ਦੇ ਵਿੱਚ A ਤੇ B ਕੰਮ ਕਰ ਰਹੇ ਹੈ। A ਤੇ B ਦੀ ਸੈਲਰੀ ਦੀ ਰੇਸ਼ੋ ਕਿੰਨੀ ਦੇਤੀ, 5:4। 5:4 ਦੇਤੀ। ਕਹਿੰਦੇ A ਦੀ ਸੈਲਰੀ 20,000 ਹੈ। ਹੁਣ ਦੇਖੋ ਆਪਾਂ ਕੰਪੈਰੀਜ਼ਨ ਕਿਹਦੇ ਨਾਲ ਕਰਨਾ ਹੈ, ਰੇਸ਼ੋ ਨਾਲ। ਹੁਣ ਰੇਸ਼ੋ ਦੇ ਵਿੱਚ A ਦੀ ਆਪਾਂ ਨੂੰ ਕਿੰਨੀ ਦੇ ਰੱਖੀ ਹੈ, 5। ਠੀਕ ਹੈ, ਤੇ ਆਪਾਂ ਨੂੰ B A ਦੀ ਸੈਲਰੀ ਇੱਥੇ ਕਿੰਨੀ ਦਿੱਤੀ ਹੈ, ₹20,000। ਠੀਕ ਹੈ, ਦੈਟ ਮੀਨਸ ਆਪਾਂ ਕੀ ਕਵਾਂਗੇ, ਆਪਣਾ ਜਿਹੜਾ ਰੇਸ਼ੋ ਚ 5 ਹੈ ਉਹ ਸਹੀ ਸੈਲਰੀ ਦੇ ਵਿੱਚ ਕਿੰਨਾ, 20,000 ਰੁਪਏ। ਦੈਟ ਮੀਨਸ 5 is equal to 20,000। ਹੁਣ ਦੇਖੋ ਆਪਾਂ ਕੱਢਣੀ ਕਿਹਦੀ ਹੈ, B ਦੀ ਸੈਲਰੀ। ਤਾਂ B ਦੀ ਸੈਲਰੀ ਰੇਸ਼ੋ ਦੇ ਵਿੱਚ ਕਿੰਨੀ ਹੈ, 4। ਓਕੇ, ਸਮਝ ਆਈ ਕੀ ਕੀਤਾ ਆਪਾਂ, ਕੁਝ ਨਹੀਂ ਕੀਤਾ। A ਦੀ ਸੈਲਰੀ ਕਿੰਨੀ ਹੈ, 5, ਤਾਂ ਰੀਅਲ ਦੇ ਵਿੱਚ ਕਿੰਨੀ ਹੈ, 20,000 ਰੁਪਏ। B ਦੀ ਸੈਲਰੀ ਕਿੰਨੀ ਹੈ, 4, ਉਹ ਆਪਾਂ ਰੀਅਲ ਦੇ ਵਿੱਚ ਕੱਢਣੀ ਹੈ ਵੀ ਕਿੰਨੀ ਸੈਲਰੀ ਹੈ। ਹੁਣ ਦੇਖੋ ਤਾਂ 4 ਬਰਾਬਰ ਕਿੰਨਾ, ਇਹ ਆਪਾਂ ਯੂਨਿਟਰੀ ਮੈਥਡ ਕੱਢਦੇ ਹੁੰਦੇ ਸੀ ਛੋਟੇ ਹੁੰਦੇ ਕਲਾਸਾਂ 'ਚ ਸਕੂਲ ਦੇ ਵਿੱਚ, ਵੀ ਜੇ 5 ਬਰਾਬਰ ਇੰਨਾ ਤਾਂ 1 ਬਰਾਬਰ ਇੰਨਾ ਤਾਂ 4 ਬਰਾਬਰ ਕਿੰਨਾ, ਉਹੀ ਚੀਜ਼ ਲਾਇਆ। 5 ਬਰਾਬਰ 20,000। ਚਲੋ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਵਾਰੀ, 5 ਬਰਾਬਰ 20,000 ਤਾਂ 1 ਬਰਾਬਰ ਕਿੰਨਾ ਹੋਊਗਾ, 20,000 ਬਟਾ 5, ਤਾਂ 4 ਬਰਾਬਰ ਕਿੰਨਾ ਹੋਊਗਾ, 20,000 ਬਟਾ 5 ਇੰਟੂ 4। ਆਈ ਥਿੰਕ ਸੋ ਤੁਹਾਨੂੰ ਸਮਝ ਆ ਗਿਆ ਹੋਊਗਾ। ਕੁਝ ਨਹੀਂ ਕੀਤਾ ਆਪਾਂ, 5 ਦੀ ਵੈਲਿਊ ਇੰਨੀ ਤੇ 4 ਦੀ ਵੈਲਿਊ ਕਿੰਨੀ, ਇੰਨੀ। ਹੁਣ ਨੈਕਸਟ ਟਾਈਮ ਤੋਂ ਆਪਾਂ ਆ ਸਟੈਪ ਨਹੀਂ ਕਰਾਂਗੇ, ਸਿੱਧਾ ਡਾਇਰੈਕਟ ਕਰਾਂਗੇ। ਠੀਕ ਹੈ, ਤਾਂ ਹੁਣ ਇਹਨੂੰ ਆਪਾਂ ਜੋ ਕੱਟਾਂਗੇ ਤਾਂ ਕੀ ਆਇਆ, 5 ਚੌਕੇ 20, ਤਾਂ B ਦੀ ਸੈਲਰੀ ਕਿੰਨੀ ਹੈਗੀ ਆਪਣੇ ਕੋਲੇ, 16,000। ਸਮਝ ਆ ਗਿਆ ਸਟੂਡੈਂਟਸ। ਕੀ ਕੀਤਾ ਆਪਾਂ, ਰੇਸ਼ੋ 'ਚ ਜਿਹੜੀ ਵੈਲਿਊ ਦਿੱਤੀ ਹੈ ਉਹਨੂੰ ਇਕੁਏਟ ਕਰ ਲਿਆ ਜਿਹੜੀ ਆਪਾਂ ਨੂੰ ਰੀਅਲ ਸੈਲਰੀ ਵੈਲਿਊ ਦਿੱਤੀ ਹੈ। ਇੱਕ ਦੀ ਕੰਪੇਅਰ ਕਰ ਲਈ ਤੇ ਦੂਸਰੇ ਦੀ ਆਪਾਂ ਕੱਢ ਲਈ, ਤਾਂ ਆਪਣਾ ਸਹੀ ਆਨਸਰ ਕੀ ਹੋ ਗਿਆ, B ਦੀ ਸੈਲਰੀ ਕਿੰਨੀ ਹੈ, 16,000। ਠੀਕ ਹੈ ਸਟੂਡੈਂਟਸ, ਹੁਣ ਆਪਾਂ ਨੈਕਸਟ ਕੁਐਸਚਨ ਤੇ ਆਨੇ ਆ। ਬੋਲੇ ਰਾਮ, ਸ਼ਾਮ ਐਂਡ ਵਿਰਾਟ ਵਰਕ ਇਨ ਐਨ ਆਫਿਸ। ਰਾਮ, ਸ਼ਾਮ ਤੇ ਵਿਰਾਟ ਇੱਕ ਆਫਿਸ ਦੇ ਵਿੱਚ ਕੰਮ ਕਰ ਰਹੇ ਹੈ ਜਿਹਦੇ ਵਿੱਚ ਰਾਮ ਤੇ ਸ਼ਾਮ ਦੀ ਸੈਲਰੀ ਕਿੰਨੀ ਹੈ, 2:1। ਸ਼ਾਮ ਤੇ ਵਿਰਾਟ ਦੀ ਸੈਲਰੀ ਕਿੰਨੀ ਹੈ, 3:2। ਤੇ ਤਿੰਨਾਂ ਦੀ ਟੋਟਲ, ਇਹ ਧਿਆਨ ਦੇਣਾ ਆਪਾਂ ਨੂੰ, ਕਿੰਨਾਂ ਦੀ, ਤਿੰਨਾਂ ਦੀ ਟੋਟਲ ਸੈਲਰੀ ਦੇ ਰੱਖੀ ਹੈ ਇੱਥੇ ਕਿੰਨੀ, 55,000। ਓਕੇ, ਤੇ ਤਿੰਨਾਂ ਦੀ ਟੋਟਲ ਸੈਲਰੀ ਆਪਾਂ ਨੂੰ ਕਿੰਨੀ ਦੇ ਰੱਖੀ ਹੈ, 55,000। ਹੁਣ ਜੇ ਤਿੰਨਾਂ ਦੀ ਆਪਾਂ ਨੂੰ ਸੈਲਰੀ ਦੇ ਰੱਖੀ ਹੈ, ਕੀ ਦੇ ਰੱਖੀ ਹੈ, ਤਿੰਨਾਂ ਦੀ ਸੈਲਰੀ ਦੀ ਆਪਾਂ ਨੂੰ ਟੋਟਲ ਸੈਲਰੀ ਦੇ ਰੱਖੀ ਹੈ, ਤਾਂ ਆਪਾਂ ਨੂੰ ਰੇਸ਼ੋ ਵੀ ਕਿਹਦੀ ਚਾਹੀਦੀ ਹੈ, ਤਿੰਨਾਂ ਦੀ ਟੋਟਲ ਸੈਲਰੀ ਦੀ। ਓਕੇ, ਬਟ ਇੱਥੇ ਆਪਾਂ ਨੂੰ ਦੋ ਦੀ ਸੈਲਰੀ ਦੀ ਰੇਸ਼ੋ ਦੇ ਰੱਖੀ ਹੈ। ਆ ਰਾਮ ਤੇ ਸ਼ਾਮ ਦੀ ਦੇ ਰੱਖੀ ਹੈ, ਆਹ ਸ਼ਾਮ ਤੇ ਵਿਰਾਟ ਦੀ ਦੇ ਰੱਖੀ ਹੈ। ਦੈਟ ਮੀਨਸ ਆਪਾਂ ਨੂੰ ਕੀ ਹੈ, ਇਹਦੀ ਕੰਬਾਈਨਡ ਰੇਸ਼ੋ ਬਣਾਉਣੀ ਪਊਗੀ। ਹੁਣ ਜਿਹੜੀ ਕੱਲ ਤੁਹਾਨੂੰ ਪੜਾਇਆ ਸੀ ਉਹਦਾ ਇੰਪਲੀਮੈਂਟੇਸ਼ਨ ਇੱਥੇ ਹੋਊਗਾ। ਚਲੋ ਹੁਣ ਦੇਖੋ, ਰਾਮ ਤੇ ਸ਼ਾਮ, ਰਾਮ ਤੇ ਸ਼ਾਮ ਦੀ ਰੇਸ਼ੋ ਕਿੰਨੀ ਹੈ, 2:1। ਸ਼ਾਮ ਤੇ ਵਿਰਾਟ ਦੀ ਕਿੰਨੀ ਹੈ, 3:2। ਓਕੇ, ਤਾਂ ਹੁਣ ਜਿਹਨੇ ਕੱਲ ਵਾਲਾ ਲੈਕਚਰ ਨਹੀਂ ਦੇਖਿਆ ਪਲੀਜ਼ ਉਹ ਪਹਿਲਾਂ ਉਸ ਲੈਕਚਰ ਨੂੰ ਚੰਗੀ ਤਰ੍ਹਾਂ ਡਿਟੇਲ 'ਚ ਦੇਖ ਲੈਣ, ਕਿਉਂਕਿ ਐ ਨਾ ਸਮਝੋ ਇੰਟਰੋ ਲੈਕਚਰ ਦਾ ਸਿੱਧਾ ਆਪਾਂ ਕੁਐਸਚਨ ਸਟਾਰਟ ਕਰਦੇ ਨਹੀਂ। ਪਹਿਲਾਂ ਆਪਦੇ ਡਿਟੇਲਸ ਕੰਸੈਪਟ ਕਲੀਅਰ ਕਰ ਲਓ, ਉਹ ਕਰੋਗੇ ਤਾਂ ਉਸ ਤੋਂ ਬਾਅਦ ਕੁਐਸਚਨ ਤੁਹਾਡੇ ਲਈ ਇੰਨੀ ਈਜ਼ੀ ਹੋ ਜਾਣਗੇ, ਤੁਸੀਂ ਕਹੋਗੇ ਵੀ ਬਕਵਾਸ ਹੈ, ਕੁਝ ਨਹੀਂ ਹੈ। ਚਲੋ ਹੁਣ ਦੇਖੋ, ਮੈਂ ਤੁਹਾਨੂੰ ਕੱਲ ਕਰਵਾਇਆ ਸੀ ਵੀ 2 ਵਾਲੇ 'ਚ ਸਿੰਪਲ ਆਪਾਂ ਇਨਵਰਸ ਐਂਡ ਮੈਥਡ ਲਗਾਵਾਂਗੇ। 3 ਦੂਣੀ 6, 1 into 3 3, 2 into 1 is 2। ਤਾਂ ਆਪਣੀ ਰੇਸ਼ੋ ਆ ਗਈ ਕਿਹਦੀ, ਰਾਮ, ਸ਼ਾਮ ਤੇ ਵਿਰਾਟ। ਓਕੇ, ਹੁਣ ਆਪਾਂ ਨੂੰ ਕੀ ਕਿਹਾ ਵੀ ਟੋਟਲ ਸੈਲਰੀ 55,000 ਹੈ।
ਤਾਂ ਇਹਦੇ ਵਿੱਚ ਇਹਨਾਂ ਦਾ ਟੋਟਲ ਕਿੰਨਾ ਤਿੰਨਾਂ ਦਾ, ਇਹ ਤਿੰਨਾਂ ਦੀ ਸੈਲਰੀ ਦੀ ਰੇਸ਼ੋ ਆਈ ਨਾ ਆਪਣੀ, ਤਾਂ ਇਹਨਾਂ ਦਾ ਟੋਟਲ ਕਿੰਨਾ ਹੈ ਇੱਥੇ 6 3 9 ਤੇ 2 11, ਤਾਂ ਦੈਟ ਮੀਨਸ ਜਿਹੜਾ ਰੇਸ਼ੋ ਚ 11 ਹੈ ਉਹ ਰੀਅਲ ਚ ਕਿੰਨਾ ਹੈ 55000। ਠੀਕ ਹੈ, ਜਿਹੜਾ ਰੇਸ਼ੋ ਚ ਕਿੰਨਾ ਹੈ 11 ਹੈ ਉਹ ਰੀਅਲ ਚ ਕਿੰਨਾ ਆਪਣਾ 55000। ਤਾਂ ਕੀ ਕੱਢਣ ਨੂੰ ਕਿਹਾ ਆਪਾਂ ਨੂੰ, ਕਹਿੰਦੇ ਫਾਈਂਡ ਦਾ ਸੈਲਰੀ ਆਫ ਵਿਰਾਟ। ਆਪਾਂ ਵਿਰਾਟ ਦੀ ਸੈਲਰੀ ਕੱਢਣੀ ਹੈ, ਤਾਂ ਵਿਰਾਟ ਇਹਦੇ ਵਿੱਚ ਕਿੰਨਾ 2, ਤਾਂ 2 ਬਰਾਬਰ ਕਿੰਨਾ ਹੋਊਗਾ, ਤੁਹਾਨੂੰ ਪਿਛਲਾ ਹੁਣ ਦੱਸ ਦਿੱਤਾ ਮੈਂ ਡਿਟੇਲ ਚ, ਹੁਣ ਆਪਾਂ ਡਾਇਰੈਕਟ ਕਰਾਂਗੇ 55000 ਡਿਵਾਈਡਡ ਬਾਈ 11 into 2, ਤਾਂ ਕਿੰਨੇ ਤੇ ਗਿਆ 5000, ਤਾਂ ਆਨਸਰ ਆਪਣਾ ਕਿੰਨਾ ਆ ਗਿਆ 10000 ਰੁਪਏ। ਠੀਕ ਹੈ, ਇਹ ਆਪਣੇ ਕੋਲੇ ਕਿਹਦੀ ਸੈਲਰੀ ਆ ਗਈ, ਆਪਣੇ ਵਿਰਾਟ ਦੀ। ਓਕੇ, ਇਹ ਸੀ ਸਿੰਪਲ ਡਿਟੇਲ ਬੇਸਿਕ ਵਾਲੇ ਕੁਐਸਚਨਸ, ਵੀ ਤੁਹਾਨੂੰ ਪਤਾ ਲੱਗ ਜੇ ਵੀ ਉਹ ਇੰਪਲੀਮੈਂਟੇਸ਼ਨ ਹੁੰਦੀ ਕਿਵੇਂ। ਠੀਕ ਹੈ, ਹੁਣ ਆਪਾਂ ਥੋੜੇ ਉੱਤੇ ਲੈਵਲ ਤੇ ਜਾਵਾਂਗੇ। ਠੀਕ ਹੈ, ਥੋੜੇ ਵੱਡੇ ਕੁਐਸਚਨਸ ਕਰਾਂਗੇ। ਓਕੇ, ਹੁਣ ਦੇਖੋ ਤੁਹਾਨੂੰ ਹਰ ਇੱਕ ਕਲਾਸ ਚਾਹੇ ਉਹ ਇੰਟਰੋਡਕਟਰੀ ਕਲਾਸ ਹੈ, ਚਾਹੇ ਇੱਕ ਲੈਕਚਰ ਹੈ, ਚਾਹੇ ਲੈਕਚਰ 2 ਹੈ, ਹਰ ਇੱਕ ਤੁਹਾਨੂੰ ਕੀ ਦੇ ਕੇ ਜਾਊਗਾ, ਕੋਈ ਨਾ ਕੋਈ ਇੱਕ ਜਾਂ ਦੋ ਕਨਸੈਪਟਸ ਦੇ ਕੇ ਜਾਊਗਾ। ਆਪਾਂ ਇੱਕ ਜਾਂ ਦੋ ਕਨਸੈਪਟ ਇੱਕ ਕਲਾਸ ਦੇ ਵਿੱਚ ਖਤਮ ਕਰਾਂਗੇ। ਠੀਕ ਹੈ, ਦੈਟ ਮੀਨਸ ਇੱਕ ਟਾਈਪ ਦੇ ਕੁਐਸਚਨ ਆਪਾਂ ਇੱਕੋ ਹੀ ਕਲਾਸ ਦੇ ਵਿੱਚ ਖਤਮ ਕਰ ਦਾਂਗੇ, ਹਰ ਇੱਕ ਕਲਾਸ ਦੀ ਇੰਪੋਰਟੈਂਸ ਹੋਊਗੀ। ਤਾਂ ਇਸ ਲਈ ਇਹ ਮਤਲਬ ਨਹੀਂ ਹੈ ਵੀ ਤੁਸੀਂ ਸਿੱਧਾ ਕੋਈ ਵੀ ਲੈਕਚਰ ਵਿੱਚ ਉਠਾਓ, ਡਿਟੇਲ ਵਾਈਜ਼ ਸੀਰੀਅਲ ਵਾਈਜ਼ ਚੱਲਣਾ, ਪਹਿਲੇ ਲੈਕਚਰ, ਦੂਜੇ ਲੈਕਚਰ, ਤੀਜੇ ਲੈਕਚਰ, ਤਾਂ ਕਿ ਤੁਹਾਨੂੰ ਪ੍ਰੋਪਰਲੀ ਮੈਥ ਅਸੀਂ ਸਿਖਾ ਪਾਈਏ। ਓਕੇ, ਚਲੋ ਹੁਣ ਦੇਖੋ ਕੀ ਹੈ क्वेश्चन की है, कहते रेशियो ऑफ टोटल सैलरी ऑफ मेल एंड टोटल सैलरी ऑफ फीमेल एम्प्लॉयज इन ऑफिस इज दिस मच। ਹੁਣ ਕਹਿੰਦੇ ਇੱਕ ਆਫਿਸ ਹੈ ਜਿਹਦੇ ਵਿੱਚ ਟੋਟਲ ਸੈਲਰੀ ਮਤਲਬ ਵੀ ਆਪਾਂ ਜਿੰਨੇ ਮੇਲ ਆ ਉਹਨਾਂ ਨੂੰ ਕਿੰਨੀ ਟੋਟਲ ਸੈਲਰੀ ਦਿੰਨੇ ਆ, ਤੇ ਜਿੰਨੀਆਂ ਫੀਮੇਲ ਆ ਉਹਨਾਂ ਨੂੰ ਆਪਾਂ ਕਿੰਨੀ ਟੋਟਲ ਸੈਲਰੀ ਦਿੰਨੇ ਆ। ਹੁਣ ਦੇਖੋ ਮੇਲ ਨੂੰ ਆਪਾਂ ਟੋਟਲ ਸੈਲਰੀ ਕਿੰਨੀ ਦੇ ਰਹੇ ਆ 3, ਤੇ ਫੀਮੇਲ ਦੀ ਕਿੰਨੀ ਹੈ 2। ਓਕੇ, ਰੇਸ਼ੋ ਆਫ ਸੈਲਰੀ ਅਮਾਉਂਟ ਆਫ ਈਚ ਮੇਲ, ਈਚ ਦਾ ਮਤਲਬ ਇੱਕ ਮੇਲ, ਵੀ ਇੱਕ ਮੇਲ ਨੂੰ ਜਿਹੜੀ ਸੈਲਰੀ ਮਿਲੀ ਹੈ ਤੇ ਇੱਕ ਫੀਮੇਲ ਨੂੰ ਜਿਹੜੀ ਸੈਲਰੀ ਮਿਲੀ ਹੈ ਉਹਦੀ ਰੇਸ਼ੋ ਕਿੰਨੀ ਹੈ 2:3। ਤਾਂ ਈਚ ਦੀ ਰੇਸ਼ੋ ਕਿੰਨੀ ਹੈ, ਮੇਲ ਤੇ ਫੀਮੇਲ ਦੀ ਸੈਲਰੀ ਦੀ ਰੇਸ਼ੋ 2:3। ਸਮਝ ਆਇਆ ਕੀ ਕੀਤਾ ਆਪਾਂ? ਕੁਛ ਨਹੀਂ, ਅਜੇ ਕਹਿੰਦੇ ਆਪਾਂ ਨੂੰ ਟੋਟਲ ਸੈਲਰੀ ਦੇਤੀ, ਵੀ ਮੇਲ ਦੀ ਟੋਟਲ ਸੈਲਰੀ ਤੇ ਟੋਟਲ ਸੈਲਰੀ ਆਫ ਫੀਮੇਲ ਕਿੰਨੀ ਐਮਪਲੋਈਜ਼ ਦੀ 3:2। ਤੇ ਤੁਹਾਨੂੰ ਮੈਂ ਚਲੋ ਇੱਕ ਵਾਰ ਡਿਟੇਲ ਸਮਝਾਣਾ, ਇੱਕ ਸੈਕਿੰਡ। ਆ ਦੇਖੋ ਆਪਾਂ ਨੂੰ ਟੋਟਲ ਸੈਲਰੀ ਦੇਤੀ ਮੇਲ ਦੀ ਤੇ ਟੋਟਲ ਸੈਲਰੀ ਫੀਮੇਲ ਦੀ, ਇਹਦੀ ਰੇਸ਼ੋ ਕਿੰਨੀ ਦਿੱਤੀ ਆਪਾਂ ਨੂੰ 3:2 ਤੇ ਯੈਸ 3:2। ਹੁਣ ਈਚ ਸੈਲਰੀ, ਈਚ ਮਤਲਬ ਇੱਕ ਜਣੇ ਦੀ ਜਿਹੜੀ ਸੈਲਰੀ ਹੈ ਉਹ ਕਿੰਨੀ ਹੈ ਮੇਲ ਤੇ ਫੀਮੇਲ ਦੀ, ਉਹ ਆਪਾਂ ਨੂੰ ਦਿੱਤੀ ਹੈ 2:3। ਹੁਣ ਦੇਖੋ ਇਹਦੇ ਵਿੱਚ ਦੋ ਕੁਐਸਚਨ ਹੈ। पहला क्वेश्चन की है, बोले फाइंड द रेशियो ऑफ नंबर ऑफ मेल एंड फीमेल एम्प्लॉयज इन द ऑफिस। दैट मींस अपन की करने है कितने मेल है कितने फीमेल है ਉਹਦੀ ਰੇਸ਼ੋ ਕੱਢਣੀ ਹੈ। ਠੀਕ ਹੈ, ਤੇ ਦੂਸਰੇ ਕੁਐਸਚਨ ਕੀ ਕਿਹਾ ਹੈ ਵੀ ਕਹਿੰਦੇ ਜੇ ਟੋਟਲ EMPLOYEES ਇੰਨੇ ਹੈ ਤਾਂ ਆਪਣੇ ਮੇਲ ਤੇ ਮੇਲ EMPLOYEES ਕਿੰਨੇ ਹੋਣਗੇ। दैट मींस ਇੱਕ ਤਾਂ ਆਪਾਂ ਪਹਿਲਾਂ ਨੰਬਰ ਆਫ EMPLOYEES ਦੀ दैट मींस ਮੇਲ ਕਿੰਨੇ ਫੀਮੇਲ ਕਿੰਨੇ ਆ ਉਹਨਾਂ ਦਾ ਰੇਸ਼ੋ ਕੱਢਣੀ ਹੈ, ਤੇ ਉਸ ਤੋਂ ਬਾਅਦ ਆਪਾਂ ਕੀ ਕੱਢਣਾ ਹੈ ਵੀ ਆਪਣੇ ਮੇਲ EMPLOYEES ਕਿੰਨੇ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਇੱਕ ਤੁਹਾਨੂੰ ਮੈਂ ਪ੍ਰੈਕਟੀਕਲ ਐਗਜ਼ਾਮਪਲ ਦੇ ਕੇ ਦਿੰਦਾ ਵੀ ਜਿਹੜੀ ਹਜੇ ਕੁਐਸਚਨ ਦੇ ਰਿਲੇਟਡ ਨਹੀਂ, ਵੈਸੇ ਤੁਹਾਨੂੰ ਸਮਝਾ ਰਹੇ ਹਾਂ। ਹੁਣ ਦੇਖੋ ਮੰਨ ਲਓ ਤੁਸੀਂ ਕੁਝ ਆਫਿਸ ਖੋਲਿਆ, ਠੀਕ ਹੈ, ਆਫਿਸ 'ਚ ਤੁਸੀਂ ਜਿਹੜੀ ਸੈਲਰੀ ਤੇ ਤੁਹਾਡਾ ਖਰਚਾ ਆਉਂਦਾ ਹੈ, ਮੰਨ ਲਓ ਤੁਹਾਡੇ 5000 ਰੁਪਏ ਤੁਸੀਂ ਸੈਲਰੀ ਦੇ ਰਹੇ ਹੋ, ਜਿੰਨੇ ਬੰਦੇ ਲੱਗੇ ਟੋਟਲ, ਦੈਟ ਮੀਨ ਜਿੰਨੇ ਟੋਟਲ ਬੰਦੇ ਲੱਗੇ ਉਹਨਾਂ ਨੂੰ ਕਿੰਨੀ ਸੈਲਰੀ ਦੇ ਰਹੇ ਹੋ ਅਸੀਂ 5000 ਰੁਪਏ, ਤੇ 5000 ਮੰਨ ਲਓ ਮੇਲ ਹੈ। ਠੀਕ ਹੈ, ਤਾਂ 5000 ਤੁਸੀਂ ਮੇਲ ਨੂੰ ਸੈਲਰੀ ਦੇ ਰਹੇ ਹੋ, ਤੇ ਮੇਲ ਹੈ ਕਿੰਨੇ ਮੰਨ ਲਓ 100। ਠੀਕ ਹੈ, ਕੀ ਕੀਤਾ ਮੰਨ ਲਓ ਤੁਸੀਂ 5000 ਰੁਪਏ ਸੈਲਰੀ ਦੇ ਰਹੇ ਹੋ ਟੋਟਲ, ਤੇ ਕਿੰਨੇ ਬੰਦੇ ਟੋਟਲ 100, ਵੀ ਤੁਹਾਡਾ ਸੈਲਰੀ ਤੇ ਖਰਚਾ ਕਿੰਨਾ ਹੋ ਰਿਹਾ 5000, ਤੁਹਾਡੀ ਜੇਬ 'ਚ 5000 ਰੁਪਏ ਜਾ ਰਿਹਾ ਜਿਹੜਾ ਤੁਸੀਂ ਕਿਸੇ ਹੋਰ ਨੂੰ ਸੈਲਰੀ ਦੇ ਰਹੇ ਹੋ, ਤੇ ਬੰਦੇ ਕਿੰਨੇ ਆ ਜਿਨ੍ਹਾਂ ਨੂੰ ਸੈਲਰੀ ਦੇ ਰਹੇ ਹੋ 100 ਬੰਦੇ ਆ। ਠੀਕ ਹੈ, ਤਾਂ ਹੁਣ ਦੇਖੋ 5000 ਸੈਲਰੀ ਦੇ ਰਹੇ ਹੋ 100 ਬੰਦੇ ਆ, ਦੈਟ ਮੀਨਸ ਆਪਾਂ ਕੀ ਕਵਾਂਗੇ ਬੰਦੇ ਕਿੰਨੇ ਸੀ 50। ਦੈਟ ਮੀਨਸ ਆਪਾਂ ਨੂੰ ਇੱਥੋਂ ਕੀ ਪਤਾ ਲੱਗਿਆ ਵੀ ਜਦੋਂ ਆਪਾਂ ਨੂੰ ਟੋਟਲ ਸੈਲਰੀ ਦੇਤੀ ਤੇ ਈਚ ਦੀ ਸੈਲਰੀ ਦੇਤੀ, ਉਹਨਾਂ ਜੋ ਆਪਾਂ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲ ਕੀ ਆ ਜੂ ਨੰਬਰ ਆਫ ਮੇਲ ਜਾਂ ਫੀਮੇਲ EMPLOYEES। ਓਕੇ, ਆਈ ਥਿੰਕ ਸੋ ਤੁਹਾਨੂੰ ਸਮਝ ਆ ਗਿਆ ਹੋਣਾ। ਤਾਂ ਆਪਾਂ ਨੂੰ ਦੇਖੋ ਹੁਣ ਕੀ ਦਿੱਤਾ ਹੋਇਆ ਟੋਟਲ ਸੈਲਰੀ ਮੇਲ ਤੇ ਫੀਮੇਲ ਦੀ, ਵੀ ਜਿੰਨੇ ਮੇਲ ਹੈ, ਜਿੰਨੇ ਟੋਟਲ ਨੰਬਰ ਆਫ ਮੇਲ ਹੈ ਉਹਨਾਂ ਨੂੰ ਕਿੰਨੀ ਸੈਲਰੀ ਇੰਨੀ ਮਿਲਦੀ ਹੈ, ਜਿੰਨੇ ਟੋਟਲ ਫੀਮੇਲ ਹੈ ਉਹਨਾਂ ਨੂੰ ਇੰਨੀ ਮਿਲਦੀ ਹੈ, ਈਚ ਨੂੰ ਇੰਨੀ ਮੇਲ ਦੀ ਮਿਲਦੀ ਹੈ, ਇੰਨੀ ਫੀਮੇਲ ਨੂੰ ਮਿਲਦੀ ਹੈ। ਤਾਂ ਹੁਣ ਇਸ ਤੋਂ ਆਪਾਂ ਨੰਬਰ ਆਫ
इंप्लॉयज, ठीक है, इंप्लॉयज दी रेशो कटनी है मेल ते फीमेल दी। ਹੁਣ देखो आ दोनों मेल वाला है, मेल मेल, ठीक है। तो मेल दी टोटल जिन्ने सैलरी दे रहे हैं ते किन्ने ईच ਨੂੰ ਦੇ ਰਹੇ हैं डिवाइड कर ਦਾਂਗੇ अपने ਕੋਲੇ ਕੀ ਆ ਜਾਊ नंबर ऑफ मेल्स। ਐਂ ਆਪਾਂ ਨੂੰ ਜਿੰਨੇ ਟੋਟਲ ਸੈਲਰੀ ਫੀਮੇਲ ਨੂੰ ਦੇ ਰਹੇ हैं डिवाइडेड बाय ईच ਦੀ ਸੈਲਰੀ ਕਿੰਨੀ ਹੈ ਆਪਣੇ ਕੋਲੇ ਕੀ ਆ ਜਾਊਗਾ ਫੀਮੇਲ ਦੀ ਨੰਬਰ। ਓਕੇ, ਹੁਣ ਦੇਖੋ ਇਹ ਫੇਰ ਕੱਲ ਵਾਲਾ ਕਨਸੈਪਟ ਯੂਜ਼ ਹੋ ਰਿਹਾ। ਕੱਲ ਮੈਂ ਕੀ ਦੱਸਿਆ ਸੀ ਵੀ ਜਦੋਂ ਇਸ ਟਾਈਪ ਦੇ ਦਿੱਤੇ ਹੁਣ 2 ਦੇ ਵਿੱਚ ਤਾਂ ਆਪਾਂ ਕੁਝ ਨਹੀਂ ਕਰਨਾ, ਕ੍ਰਾਸ ਮਲਟੀਪਲਾਈ ਕਰਨਾ, ਇਹਨੂੰ ਇੱਧਰ ਮਲਟੀਪਲਾਈ ਕਰਾਂਗੇ, ਇਹਨੂੰ ਇੱਧਰ ਮਲਟੀਪਲਾਈ ਕਰਾਂਗੇ। ਤਾਂ 3 into 3 is 9 and 2 into 2 is 4। ਤਾਂ ਆ ਆਪਣੇ ਕੋਲੇ ਕੀ ਆ ਗਈ ਨੰਬਰ ਆਫ EMPLOYEES ਦੀ ਰੇਸ਼ੋ, ਵੀ ਇੰਨੇ ਮੇਲ ਹੈ ਤੇ ਇੰਨੇ ਫੀਮੇਲ ਹੈ, ਉਹਨਾਂ ਦੀ ਰੇਸ਼ੋ ਆ ਗਈ। ਸਮਝ ਆ ਗਿਆ ਸਟੂਡੈਂਟਸ? ਚਲੋ ਹੁਣ ਦੇਖੋ ਆਪਣੇ ਕੋਲੇ ਪਹਿਲੇ ਦਾ ਆਨਸਰ ਆ ਗਿਆ। ਕਿੰਨਾ ਆਨਸਰ ਆਇਆ 9:4। 9:4 ਆਪਣਾ ਆਨਸਰ ਆ ਗਿਆ। ਹੁਣ ਦੇਖੋ ਦੂਸਰੇ ਚ ਕੀ ਗਿਆ, ਕਹਿੰਦੇ ਟੋਟਲ ਨੰਬਰ ਆਫ EMPLOYEES ਇਨ that office is 65। ਵੀ ਆਪਣੇ ਕੋਲੇ ਟੋਟਲ ਬੰਦੇ ਕਿੰਨੇ ਆ 65 ਹੈ, 65 ਹੈ, ਤਾਂ ਆਪਾਂ ਕੀ ਕੱਢਦੇ ਮੇਲ ਕਿੰਨੇ ਆ। ਹੁਣ ਦੇਖੋ ਆਪਾਂ ਨੇ ਨੰਬਰ ਆਫ EMPLOYEES ਕਿੰਨੇ ਆ 9 + 4 13। ਹੁਣ ਦੇਖੋ ਕਿਸੇ ਵੀ ਆਫਿਸ ਦੇ EMPLOYE ਹੋਣਗੇ ਉਹ ਕੀ ਹੋਣਗੇ, ਜਾਂ ਤਾਂ ਮੇਲ ਹੋਣਗੇ ਜਾਂ ਫੀਮੇਲ ਹੋਣਗੇ। ਦੈਟ ਮੀਨਸ ਆਪਾਂ ਮੇਲ ਤੇ ਫੀਮੇਲ ਨੂੰ ਆਪਸ ਵਿੱਚ ਜੋੜ ਦਈਏ ਤਾਂ ਆਪਣੇ ਕੋਲੇ ਕੀ ਆ ਜਾਊਗਾ ਟੋਟਲ EMPLOYEES। ਓਕੇ, ਹੁਣ ਦੇਖੋ ਇਸ ਰੇਸ਼ੋ ਚ ਨੰਬਰ ਆਫ EMPLOYEES ਦੀ ਆਪਾਂ ਨੂੰ ਕੀ ਦੇ ਰੱਖਿਆ ਵੀ ਮੇਲ ਕਿੰਨੇ ਹੈ 9 ਹੈ, ਫੀਮੇਲ ਕਿੰਨੇ 4 ਹੈ। ਤਾਂ ਟੋਟਲ EMPLOYEES ਕਿੰਨੇ ਹੋ ਗਏ ਰੇਸ਼ੋ ਦੇ ਅਕੋਰਡਿੰਗ। ਰੇਸ਼ੋ ਦੇ ਵਿੱਚ ਕਿੰਨੇ ਹੋ ਗਏ 9 ਤੇ 4 13, ਤੇ ਰੀਅਲ ਦੇ ਵਿੱਚ ਕਿੰਨੇ ਦੇ ਰੱਖਿਆ ਆਪਾਂ ਨੂੰ 65। ਤਾਂ ਆਪਾਂ ਕੀ ਕੱਢਨੇ ਆ ਮੇਲ EMPLOYEES। ਦੈਟ ਮੀਨਸ ਆਪਾਂ 9 ਦੀ ਵੈਲਿਊ ਕੱਢਣੀ ਹੈ, ਤਾਂ 9 ਦੀ ਵੈਲਿਊ ਕਿੰਨੀ ਆ ਗਈ 65 ਬਟਾ 13 ਗੁਣਾ 9। ठीक है, आ कटेगा 13 × 5 = 65 ਤੇ 9 × 5 = 45। ਤਾਂ ਦੈਟ ਮੀਨਸ ਆਪਣੇ ਕੋਲੇ ਮੇਲ ਕਿੰਨੇ ਆ ਗਏ 45। ਓਕੇ, ਤਾਂ ਆਪਣੇ ਕੋਲੇ ਸੈਕੰਡ ਦਾ ਆਨਸਰ ਕਿੰਨਾ ਆ ਗਿਆ 45। ਤਾਂ ਪਹਿਲੇ ਦਾ 9 4 ਹੈ, ਦੂਜੇ ਦਾ 45 ਹੈ। ਦੈਟ ਮੀਨਸ ਕਰੈਕਟ ਆਪਸ਼ਨ ਇਜ਼ ਦਿਸ। ਓਕੇ ਸਟੂਡੈਂਟਸ, ਤਾਂ ਕੀ ਪੜਿਆ ਕੁਝ ਨਹੀਂ, ਆਪਾਂ ਦੇਖੀ ਟੋਟਲ ਸੈਲਰੀ ਆਫ ਮੇਲ, ਟੋਟਲ ਆਫ ਫੀਮੇਲ, ਇੰਨੀ ਰੇਸ਼ੋ ਆ ਗਈ, ਈਚ ਦੀ ਰੇਸ਼ੋ ਦੇਤੀ, ਤੇ ਆਪਾਂ ਨੂੰ ਉਸ ਤੋਂ ਬਾਅਦ ਕੀ ਕੱਢ ਲਿਆ ਵੀ ਨੰਬਰ ਆਫ ਮੇਲ ਦੀ ਕਿੰਨੀ ਹੈ ਤੇ ਨੰਬਰ ਆਫ ਫੀਮੇਲ ਦੀ ਕਿੰਨੀ। ਹੁਣ ਇਸ ਦੇ ਵਿੱਚ ਕਿੰਨੇ ਮੋਡੀਫਿਕੇਸ਼ਨਸ ਹੋ ਸਕਦੀਆਂ, ਕੁਐਸਚਨ ਨੂੰ ਕਿਸ ਤਰ੍ਹਾਂ ਤਰੋੜ ਕੇ ਦੇ ਸਕਦਾ, ਹਰ ਤਰ੍ਹਾਂ ਦੇ ਕੁਐਸਚਨ ਆਪਾਂ ਕਰਾਵਾਂਗੇ। ਐ ਨਹੀਂ ਵੀ ਇੱਕ ਕੁਐਸਚਨ ਕਰਾਇਆ ਬਾਕੀ ਆਪੇ ਕਰ ਲਓ, ਨਹੀਂ, ਤੁਹਾਨੂੰ ਵਰਕਸ਼ੀਟ ਮਿਲਣਗੀਆਂ, ਬਹੁਤ ਮਿਲਣਗੀਆਂ, ਇੰਨਾ ਕੰਟੈਂਟ ਦਵਾਂਗੇ ਵੀ ਤੁਸੀਂ ਆਪ ਤਸੱਲੀ ਹੋ ਜਾਓ ਤੁਹਾਡੀ ਵੀ ਹਾਂ ਸਾਡੇ ਕੋਲੇ ਬਹੁਤ ਕੰਟੈਂਟ ਹੈ, ਵੀ ਸਾਡੀ ਪ੍ਰੈਕਟਿਸ ਹੋ ਰਹੀ ਹੈ। ਠੀਕ ਹੈ, ਤਾਂ ਹੁਣ ਆਪਾਂ ਇਸ ਤੋਂ ਹੋਰ ਹੁਣ ਦੇਖੋ ਇਹਦੇ ਵਿੱਚ ਇਹ ਉਸ ਟਾਈਪ ਦਾ ਇੱਕ ਵਾਰੀ ਕੁਐਸਚਨ ਹੈ ਸੇਮ। ਕੀ ਦਿੱਤਾ ਹੈ, ਕਹਿੰਦੇ ਰੇਸ਼ੋ ਆਫ ਟੋਟਲ ਸੈਲਰੀ ਅਮਾਉਂਟ ਆਫ ਆਲ ਦਾ ਮੇਲ ਐਂਡ ਆਲ ਦਾ ਫੀਮੇਲ। ਤਾਂ ਆਪਾਂ ਛੇਤੀ ਕਰਦੇ ਹਾਂ ਟੋਟਲ ਸੈਲਰੀ ਮੇਲ ਦੀ ਤੇ ਫੀਮੇਲ ਦੀ ਕਿੰਨੀ ਰੇਸ਼ੋ ਹੈ 8:9। ਠੀਕ ਹੈ, ਮੇਲ ਈਚ ਮੇਲ ਤੇ ਫੀਮੇਲ ਦੀ ਰੇਸ਼ੋ ਕਿੰਨੀ ਹੈ 4:3। ਤਾਂ ਨੰਬਰ ਆਫ ਮੇਲ ਤੇ ਫੀਮੇਲ ਦੀ ਰੇਸ਼ੋ ਕੀ ਆ ਜੂਗੀ, ਕੀ ਕੀਤਾ ਸੀ ਆਪਾਂ ਡਿਵਾਈਡ ਕੀਤਾ ਸੀ। ਠੀਕ ਹੈ, ਵੀ ਟੋਟਲ ਨਾਲ ਈਚ ਨੂੰ ਡਿਵਾਈਡ ਕਰ ਦਾਂਗੇ ਤਾਂ ਆਪਣੇ ਕੋਲੇ ਨੰਬਰ ਦੀ ਰੇਸ਼ੋ ਆ ਜੂਗੀ। ਹੁਣ ਦੇਖੋ ਆਹ ਟੋਟਲ 8 ਹੈ, ਇਹਨੂੰ ਡਿਵਾਈਡ ਕਰਤਾ 4 ਨਾਲ, ਆਹ ਟੋਟਲ 9 ਹੈ, ਇਹਨੂੰ ਡਿਵਾਈਡ ਕਰਤਾ 3। ਓਕੇ, ਤਾਂ 4 ਦੂਣੀ 8, 3 ਤੀਆ 9, ਆਨਸਰ ਕਿੰਨਾ ਆ ਗਿਆ ਆਪਣੇ ਕੋਲੇ 2:3। ਆਪਣੇ ਕੋਲੇ 2:3 ਕੀ ਆਈ ਰੇਸ਼ੋ ਨੰਬਰ ਆਫ ਮੇਲ ਤੇ ਨੰਬਰ ਆਫ ਫੀਮੇਲ। ਓਕੇ, ਹੁਣ ਸੈਕੰਡ ਕੀ ਹੈ, ਬੋਲੇ ਇਫ ਮੇਲ EMPLOYEES ਇਨ ਦਾ ਆਫਿਸ ਇਜ਼ 24। ਉਹਦੇ ਵਿੱਚ ਆਪਾਂ ਨੂੰ ਟੋਟਲ ਦੇ ਰੱਖਿਆ ਸੀ, ਇਹਦੇ ਵਿੱਚ ਆਪਾਂ ਨੂੰ ਕੀ ਦੇ ਰੱਖਿਆ ਮੇਲ ਕੱਲੇ ਦੇ ਰੱਖਿਆ। ਫਿਰ ਕੀ ਦਿੱਕਤ, ਆਪਾਂ ਕੀ ਕੰਪੇਅਰ ਕਰਨਾ ਹੈ ਰੇਸ਼ੋ ਨਾਲ, ਵੀ ਰੇਸ਼ੋ ਦੇ ਵਿੱਚ ਕਿੰਨਾ ਹੈ ਤੇ ਆਪਣੇ ਜਿਹੜਾ ਨੰਬਰ ਦੇ ਰੱਖਿਆ ਉਹ ਕਿੰਨਾ ਹੈ। ਹੁਣ ਦੇਖੋ ਕਹਿੰਦੇ ਮੇਲ EMPLOYEES ਕਿੰਨੇ ਹੈ 24, ਰੇਸ਼ੋ ਦੇ ਵਿੱਚ ਮੇਲ EMPLOYEES ਕਿੰਨੇ ਹੈ 2। ਦੈਟ ਮੀਨਸ 2 ਬਰਾਬਰ ਕਿੰਨਾ ਹੋ ਗਿਆ 24। ਤਾਂ ਕੀ ਕੱਢਣ ਨੂੰ ਕਿਹਾ, ਕਹਿੰਦੇ ਫਾਈਂਡ ਟੋਟਲ ਨੰਬਰ ਆਫ EMPLOYEES। ਤਾਂ ਟੋਟਲ ਕਿੰਨੇ ਹੈ, ਐ ਨਹੀਂ ਵੀ ਇਕੱਲਾ 3 ਕੱਢ ਦੋ, ਨਹੀਂ, ਟੋਟਲ ਹੋ ਗਏ 3 ਤੇ 2 5। ਤਾਂ 5 ਬਰਾਬਰ ਕਿੰਨਾ ਹੋਊਗਾ 24/2 ਗੁਣਾ 5। ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕਿੰਨੇ ਹੈ 60 EMPLOYEES ਆ ਆਫਿਸ ਦੇ ਵਿੱਚ। ਓਕੇ ਸਟੂਡੈਂਟਸ, ਚਲੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਚੱਲਦੇ ਹਾਂ। ਬੋਲੇ देयर आर 20 ਨੰਬਰ ਆਫ ਮੇਲ ਐਂਡ 30 ਨੰਬਰ ਆਫ ਫੀਮੇਲ EMPLOYEES। ਫਿਰ ਦੇਖੋ ਹੁਣ ਧਿਆਨ ਕੀ ਦੇਣਾ ਹੈ, ਵੀ ਇਹਦੇ ਵਿੱਚ ਆਪਾਂ ਨੂੰ ਕੀ ਦਿੱਤਾ, ਵੀ ਨੰਬਰ ਦਿੱਤਾ। ਪਹਿਲਾਂ ਆਪਾਂ ਨੂੰ ਕੀ ਦੇ ਰਹੇ ਸੀ ਰੇਸ਼ੋ, ਹੁਣ ਇਹਦੇ ਵਿੱਚ ਕੀ ਹੈ ਸਿੱਧਾ ਨੰਬਰ ਦਿੱਤਾ। ਤੇ ਦੂਸਰੇ ਦੇ ਵਿੱਚ ਕੀ ਹੈ
ਆਪਾਂ ਨੂੰ ਕੀ ਦਿੱਤਾ, दूसरी रेशो देती। ठीक है, हुण एक आपां नूं रेशो देती, एक आपां नूं नंबर देता, एवें आपां किवें सॉल्व कर लांगे, नहीं होना। तां इसलिए आपां नूं की करना पैना है, जिहड़े नंबर पहला देता उहदी आपां नूं की बनानी है, रेशो। हुण देखो बोले 20 मेल है ते 30 फीमेल है। हुण देखो आपां नूं पहला टोटल सैलरी दी रेशो दिंदे सी, ठीक है, टोटल सैलरी दी रेशो दिंदे सी ते ईच दी सैलरी दी रेशो दिंदे सी ते आपां नंबर ऑफ मेल फीमेल कढने हुंदे सी। हुण आपां नूं नंबर देते ते कड्ढण नूं की किहा, फाइंड द टोटल सैलरी, रेशो ऑफ सैलरी अमाउंट ऑफ ईच मेल ते फीमेल दी आपां सैलरी अमाउंट कढ लेनी है। ओके, तो ਉਹੀ है ਜਿਹੜਾ मैथड ਤੁਹਾਨੂੰ करवाया ਉਹੀ सेम है, थोड़ा मोटा करोड़ करोड़ के कर। देखो बोले की है 20 मेल ते 30 फीमेल, तो नंबर ऑफ मेल ते फीमेल दी रेशो कितनी आ गई, 20 ते 30। मैं ਤੁਹਾਨੂੰ ਕੀ ਦੱਸਿਆ ਵੀ ਰੇਸ਼ੋ ਦੇ ਵਿੱਚ ਆਪਾਂ ਕੀ ਕਰਨਾ, ਸਿੰਪਲੈਸਟ ਫਾਰਮ ਲਿਖਣੀ ਹੈ। ਸਿੰਪਲੈਸਟ मतलब ਆ 0 ਨਾਲ 0 ਕੱਟਿਆ ਗਿਆ ਤਾਂ ਕੀ ਆ ਗਈ 2:3। ਓਕੇ, ਹੁਣ ਆਪਾਂ ਨੂੰ ਆਹ ਆ ਗਿਆ। ਉਸ ਤੋਂ ਬਾਅਦ ਕੀ ਹੈ, ਕਹਿੰਦਾ ਰੇਸ਼ੋ ਆਫ ਦਾ ਸੈਲਰੀ ਅਮਾਉਂਟ ਆਫ ਆਲ ਦਾ ਮੇਲ ਟੂ ਆਲ ਦਾ ਫੀਮੇਲ। ਆਲ ਦਾ ਮੇਲ मतलब ਕੀ ਹੈ ਵੀ ਜਿਹੜੀ ਆਪਾਂ ਨੂੰ ਟੋਟਲ ਦੇ ਰੱਖੀ ਹੈ ਪਹਿਲਾਂ ਵੀ ਸਾਰੇ ਮੇਲ ਤੇ ਸਾਰੇ ਫੀਮੇਲ ਦੀ ਟੋਟਲ ਸੈਲਰੀ ਕਿੰਨੀ ਹੈ, ਤਾਂ ਆਲ ਮੇਲ ਤੇ ਫੀਮੇਲ ਉਹੀ ਸੇਮ, ਜਿਹੜਾ ਟੋਟਲ ਸੈਲਰੀ ਆਫ ਮੇਲ ਟੋਟਲ ਸੈਲਰੀ ਆਫ ਫੀਮੇਲ ਆਪਾਂ ਪੜਿਆ ਉਹੀ ਸੇਮ ਹੈ। ठीक है, तो ये कितनी दे रखी है ਆਪਾਂ ਨੂੰ 8:9। समझ आया स्टूडेंट्स, की किता भी जेड़े ਆਪਾਂ ਨੂੰ नंबर दे रखे सी, नंबर तो ਆਪਾਂ की बना ली रेशो। ओके, ਹੁਣ नंबर ਦੀ रेशो आ गई, सारे मेल फीमेल ਦੀ रेशो आ गई, ਆਪਾਂ ਨੂੰ ਕੀ ਕੱਢਣ ਨੂੰ ਕਿਹਾ, ईच ਦੀ रेशो भी ईच ਨੂੰ ਕਿੰਨੀ ਸੈਲਰੀ ਮਿਲਦੀ ਹੈ, ईच मेल ਨੂੰ ਕਿੰਨੀ ਸੈਲਰੀ ਮਿਲਦੀ ਹੈ, ईच फीमेल ਨੂੰ ਕਿੰਨੀ ਸੈਲਰੀ ਮਿਲ ਰਹੀ ਹੈ, ਉਹਦੀ ਆਪਾਂ रेशो ਕੱਢਣੀ ਹੈ। ਕੀ ਕੱਢਣੀ ਹੈ, रेशो। चलो ਹੁਣ ਦੇਖੋ ਤੁਹਾਨੂੰ ਇਹ ਫੇਰ ਮੈਂ ਪ੍ਰੈਕਟੀਕਲ ਐਗਜ਼ਾਮਪਲ ਨਾਲ ਸਮਝਾਣਾ, ਜਿਵੇਂ ਆਪਾਂ ਪਹਿਲਾਂ ਸਮਝਿਆ। ਹੁਣ ਕੀ ਹੈ, ਮੰਨ ਲਓ ਕਹਿੰਦੇ ਆਪਾਂ ਨੂੰ ਦੇਤੀ ਵੀ ਸਾਰਿਆਂ ਨੂੰ ਇੰਨੀ ਸੈਲਰੀ ਦੇ ਰਹੇ, ਠੀਕ ਹੈ। ਹੁਣ ਮੰਨ ਲਓ ਆਪਾਂ 500 ਰੁਪਏ ਕਿਸੇ ਬੰਦੇ ਨੂੰ ਦੇ ਰਹੇ ਹਾਂ, ਠੀਕ ਹੈ। ਟੋਟਲ ਸੈਲਰੀ ਕਿੰਨੀ ਦੇ ਰਹੇ, 500, ਠੀਕ ਹੈ। ਤੇ ਆਪਣੇ ਕੋਲੇ ਬੰਦੇ ਕਿੰਨੇ ਆ, 50। ਓਕੇ, 500 ਟੋਟਲ ਸੈਲਰੀ ਦੇ ਰਹੇ ਆ, ਬੰਦੇ ਕਿੰਨੇ ਆ, 50। दैट मीन्स अपने को एक बंदे ਨੂੰ ਕਿੰਨੀ ਸੈਲਰੀ ਦੇ ਰਹੇ ਆ ਆਪਾਂ, 10 ਰੁਪਏ। एग्जांपल ਦਿੱਤੀ ਹੈ, कहना सोचो 10 रुपए सैलरी की है भी 500 रुपए ਆਪਾਂ ਕਿਸੇ ਨੂੰ ਦੇ ਰਹੇ ਹਾਂ, ठीक है। टोटल सैलरी ਜਿਹੜੀ टोटल ਦੇ ਰਹੇ 500 रुपए ਦੇ ਰਹੇ ਆ ਤੇ ਆਪਣੇ ਕੋਲੇ ਬੰਦੇ ਕਿੰਨੇ, 50 ਬੰਦੇ ਚੋਂ ਆਪਾਂ 500 रुपए ਵੰਡ ਰਹੇ ਆ, ਤਾਂ ਇੱਕ ਬੰਦੇ ਦਾ ਹਿੱਸਾ ਕਿੰਨਾ ਆਇਆ, 10 रुपए, ठीक है। ਹੁਣ ਇਹੀ ਕਨਸੈਪਟ ਆਪਾਂ ਕੁਐਸਚਨ ਦੇ ਉੱਤੇ ਲਾਵਾਂਗੇ। ਕੀ ਲਾਇਆ ਵੀ ਆਪਣੀ ਆਲ ਦੀ ਆ ਗਈ, ठीक है, ਤੇ ਨੰਬਰ ਆਫ ਮੇਲ ਫੀਮੇਲ ਦੇਤੇ, ਤਾਂ ਆਪਾਂ ਈਚ ਦੀ ਸੈਲਰੀ ਕੱਢਣੀ ਹੈ ਵੀ ਇੱਕ ਮੇਲ ਤੇ ਇੱਕ ਫੀਮੇਲ ਨੂੰ ਸੈਲਰੀ ਕਿੰਨੀ ਮਿਲਦੀ ਹੈ। ਤਾਂ ਹੁਣ ਸਾਰਿਆਂ ਨੂੰ ਮਿਲਦੀ ਹੈ 8 ਮੇਲ ਨੂੰ, ਤੇ ਮੇਲ ਹੈ ਕਿੰਨੇ, 2, ਠੀਕ ਹੈ। ਸਾਰੇ ਫੀਮੇਲ ਨੂੰ ਮਿਲਦੀ ਹੈ 9 ਤੇ ਪੂਰੇ ਫੀਮੇਲ ਹੈ ਕਿੰਨੇ, 3। ਸਮਝ ਆਇਆ ਕੀ ਕੀਤਾ, ਜਿੰਨੀ ਟੋਟਲ ਸੈਲਰੀ ਮਿਲ ਰਹੀ ਹੈ ਮੇਲ ਨੂੰ ਤੇ ਡਿਵਾਈਡਡ ਬਾਈ ਕਿੰਨੇ ਮੇਲ ਹੈ, ਕਿੰਨੀ ਟੋਟਲ ਸੈਲਰੀ ਹੈ ਫੀਮੇਲ ਨੂੰ ਮਿਲ ਰਹੀ ਤੇ ਕਿੰਨੇ ਨੰਬਰ ਆਫ ਫੀਮੇਲ ਹੈ, ਡਿਵਾਈਡ ਕਰਤਾ ਤਾਂ ਉਹੀ ਬਣ ਗਿਆ 4:3। ਤਾਂ ਆਪਣੇ ਕੋਲੇ ਰੇਸ਼ੋ ਕਿੰਨੀ ਆ ਗਈ, 4:3। ਆ 4:3 ਕਿਹਦੀ ਆਈ ਆਪਣੇ ਕੋਲੇ, ਈਚ ਦੀ ਸੈਲਰੀ, ਠੀਕ ਹੈ। ਤਾਂ ਆਨਸਰ ਆਪਣਾ ਕਿੰਨਾ ਆਇਆ, 4:3, ठीक है। सैलरी ऑफ ईच मेल एंड ईच फीमेल अपने को कितना आ गया, 4:3, ठीक है। हुण सेकंड की है, बोले इफ द सैलरी अमाउंट ऑफ ईच मेल, हुण ध्यान देना भी ईच मेल दी सैलरी अपने को 60,000 रुपए है, दैट मीन्स एक मेल दी, तो ईच मेल दी सैलरी इत्थे कितनी है, 4। तो आप रेशो नाल कंपैरिजन कीदा कर लेना है, एग्जैक्ट वैल्यू दा, तो 4 बराबर कितना आ गया अपना 60,000 रुपए, ठीक है। तो 4 बराबर कितना आ गया 60,000, दैट मीन मेल दी सैलरी अपन दे रखी है 60,000 रुपए, तो 4 बराबर 60,000। बोले फाइंड द सैलरी अमाउंट ऑफ ईच फीमेल, तो ईच फीमेल दी कितनी है, रेशो दे विच 3, तो जेडी वैल्यू अपने कोले 4 रेशो च दे रखी है उन्होंने आपां इहदे नाल कंपेयर कर लिया, तो इहदी वैल्यू कितनी होऊ आपां कढ लांगे, तो 3 बराबर कितना आ जाऊ 60,000 डिवाइडेड बाय 4 गुणा 3, ओके। आ कितने 15 चौके 60, तो ईच फीमेल की सैलरी कितनी है, ₹45,000। समझ आया स्टूडेंट्स, ओके। तो वही सी क्वेश्चन, ਇਹਦੇ ਵਿੱਚ ਕੀ ਹੈ, ਰੇਸ਼ੋ ਦੀ ਜਗ੍ਹਾ ਆਪਾਂ ਨੂੰ ਕੀ ਦਿੱਤਾ, ਨੰਬਰ ਆਫ ਮੇਲ ਤੇ ਫੀਮੇਲ EMPLOYEES ਦਿੱਤੇ, ठीक है। आई थिंक सो ਤੁਹਾਨੂੰ ਸਮਝ ਆ ਰਿਹਾ ਹੋਣਾ। ਬਾਕੀ ਜੇ ਕਿਸੇ ਸਟੂਡੈਂਟ ਨੂੰ ਕੋਈ ਦਿੱਕਤ ਲੱਗ ਰਹੀ ਹੈ ਵੀ ਕੈਲਕੂਲੇਸ਼ਨ ਦੇ ਵਿੱਚ ਦਿੱਕਤ ਹੈ, ਸਕੁਆयर रूट्स, क्यूब रूट्स, ठीक है, मल्टीप्लिकेशन, डिवीजन,
ਤਾਂ ਉਹ ਸਾਰੀਆਂ ਚੀਜ਼ਾਂ ਵੀ ਆਪਾਂ ਅੱਡ ਕਲਾਸ ਲੈ ਕੇ ਆਵਾਂਗੇ, ਜਿਹਦੇ ਵਿੱਚ ਸਿਰਫ ਆਪਾਂ ਕੀ ਕਰਾਂਗੇ, ਕੈਲਕੂਲੇਸ਼ਨ ਰਿਲੇਟਡ ਕਰਾਂਗੇ ਵੀ ਕਿਵੇਂ ਤੁਹਾਡੀ ਕੈਲਕੂਲੇਸ਼ਨ ਫਾਸਟ ਹੋਊਗੀ। ਹੁਣ ਦੇਖੋ ਟਾਈਮ ਕਿਸੇ ਵੀ ਐਗਜ਼ਾਮ ਦੇ ਵਿੱਚ ਕਿਵੇਂ ਬਚਦਾ ਹੈ, ਜਦੋਂ ਤੁਹਾਡੀ ਕੈਲਕੂਲੇਸ਼ਨ ਸਟਰੋਂਗ ਹੋਊਗੀ। ਹੁਣ ਇੱਕ ਬੰਦੇ ਨੇ ਕਰਨਾ ਹੈ ਵੀ ਸਕੁਅਰ ਰੂਟ ਕੱਢਣਾ ਹੈ, ਮੰਨ ਲਓ ਇੱਕ ਵਾਰੀ ਸਿੰਪਲ ਦੇ ਦੋ 144, ਠੀਕ ਹੈ। ਉਹਨੂੰ ਹੁਣ ਪਹਿਲਾਂ ਉਹ ਸਾਰੇ ਮਲਟੀਪਲਾਈ ਕਰਕੇ ਦੇਖੋ ਵੀ 144 ਕਿਹਦਾ ਬੰਦਾ ਕੀ ਬੰਦਾ। ਇਹ ਤਾਂ ਮੈਂ ਬਹੁਤ ਛੋਟਾ ਹੀ ਦਿੱਤਾ ਫॉर एग्जांपल, ਠੀਕ ਹੈ। ਇਹ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ 12 ਦਾ ਬੰਦਾ, ਠੀਕ ਹੈ। ਮੰਨ ਲਓ ਕਿਸੇ ਨੂੰ ਨਹੀਂ ਪਤਾ, ਉਹ ਕੀ ਕਰੂ, ਸਾਰੇ ਮਲਟੀਪਲਾਈ ਕਰ ਕਰਕੇ ਦੇਖੂਗਾ, ਠੀਕ ਹੈ। ਨਹੀਂ ਤਾਂ ਜੇ ਤੁਹਾਨੂੰ ਮੈਂ ਮੰਨ ਲਓ ਕਹਤਾ ਵੀ 14 ਦਾ ਸਕੁਅਰ ਕੱਢੋ, ਠੀਕ ਹੈ। ਇਹ ਫੇਰ ਮੈਂ ਛੋਟੀ ਐਗਜ਼ਾਮਪਲ ਲੈ ਰਿਹਾ ਸਿਰਫ ਸਮਝਾਉਣ ਵਾਸਤੇ, ਠੀਕ ਹੈ। ਮੰਨ ਲਓ 14 ਦਾ ਸਕੁਅਰ ਕੱਢਣਾ ਹੈ ਤਾਂ ਕਿਵੇਂ ਕੱਢੋਗੇ, ਠੀਕ ਹੈ। ਜਿਹਨੂੰ ਨਹੀਂ ਆਉਂਦਾ ਉਹ ਕੀ ਕਰੂ, ਮਲਟੀਪਲਾਈ। ਤਾਂ ਵੇਸਟ ਕੀ ਹੋਊਗਾ, ਟਾਈਮ। टाइम वेस्ट नहीं करना, तो वो सारे आप सिंपल मैथड करांगे भी किवें स्क्वायर कढने, किवें क्यूब्स कढने, किवें क्यूब रूट्स, किवें स्क्वायर रूट्स। ਉਹਦੇ ਲਈ ਆਪਾਂ ਇੱਕ ਅਲੱਗ ਕਲਾਸ ਰੱਖਾਂਗੇ ਜਿਹਦੇ ਵਿੱਚ ਡਿਟੇਲ ਦੇ ਵਿੱਚ ਆਪਾਂ ਕੈਲਕੂਲੇਸ਼ਨ ਪੜਾਂਗੇ, ਠੀਕ ਹੈ। ਹੁਣ ਆਪਾਂ ਅਗਲਾ ਕੁਐਸਚਨ ਕਰਨ ਜਾ ਰਹੇ ਹਾਂ। ਦੇਖੋ ਕੀ ਹੈ, the ratio of total salary amount of all the male and all the female employees is 4:5। ਹੁਣ ਆਪਣੇ ਕੋਲੇ ਕੀ ਦੇਤੀ ਵੀ ਟੋਟਲ ਸੈਲਰੀ ਮੇਲ ਦੀ ਤੇ ਟੋਟਲ ਸੈਲਰੀ ਫੀਮੇਲ ਦੀ ਰੇਸ਼ੋ ਕਿੰਨੀ ਹੈ, 4:5 ਹੈ। ਕੀ ਦਿੱਤੀ ਹੈ, ਟੋਟਲ ਸੈਲਰੀ ਮੇਲ ਤੇ ਟੋਟਲ ਸੈਲਰੀ ਫੀਮੇਲ ਦੀ 4:5। ਹੁਣ ਕਹਿੰਦੇ ਸੈਲਰੀ ਅਮਾਉਂਟ ਆਫ ਈਚ ਮੇਲ ਇਜ਼ 20% ਮੋਰ ਦੈਨ ਈਚ ਫੀਮੇਲ। ਹੁਣ ਆਪਣੇ ਕੀ ਆ ਗਿਆ, ਪਰਸੈਂਟ। ਇਹ ਹੁਣ ਆਪਾਂ ਪਰਸੈਂਟ ਚੈਪਟਰ ਵੀ ਡਿਟੇਲ ਨਾਲ ਕਰਾਂਗੇ, ਪ੍ਰੋਪਰਲੀ ਕਰਾਂਗੇ, ਠੀਕ ਹੈ। ਇੱਕ ਵਾਰੀ ਇਹਦਾ ਸਿੰਪਲ ਆਪਾਂ ਕਨਸੈਪਟ ਸਮਝ ਲੈਂਦੇ ਕੀ ਹੈ। ਹੁਣ ਆਪਾਂ ਨੂੰ ਕੀ ਦਿੱਤਾ ਵੀ ਕਹਿੰਦੇ ਸੈਲਰੀ ਅਮਾਉਂਟ ਆਫ ਈਚ ਮੇਲ ਇਜ਼ 20% ਮੋਰ ਦੈਨ ਈਚ ਫੀਮੇਲ। ਦੈਟ ਮੀਨਸ ਜਿਹੜੀ ਈਚ ਫੀਮੇਲ ਦੀ ਸੈਲਰੀ ਹੈ, ਈਚ ਮੇਲ ਦੀ ਸੈਲਰੀ ਉਸ ਤੋਂ 20% ਜ਼ਿਆਦਾ ਹੈ, ਠੀਕ ਹੈ। ਤਾਂ ਆਪਾਂ ਨੇ ਕੀ ਕਰਨਾ, ਈਚ ਮੇਲ ਤੇ ਫੀਮੇਲ ਦੀ ਕਿੰਨੀ ਹੈ, 20% ਜ਼ਿਆਦਾ ਹੈ। ਹੁਣ ਦੇਖੋ ਇੱਕ ਫੀਮੇਲ ਦੀ ਸੈਲਰੀ, ਹੁਣ ਆਪਾਂ ਕੰਪੈਰੀਜ਼ਨ ਕਿਵੇਂ ਕਰਨਾ ਹੈ, ਜਿਹੜਾ ਬਾਅਦ ਚ ਦਿੱਤਾ ਹੋਵੇ ਨਾ, ਜਿਵੇਂ ਐਂਡ ਚ ਆਪਾਂ ਨੂੰ ਇਹਦੇ ਨਾਲ ਕੰਪੇਅਰ ਕੀਤਾ ਦੈਨ ਫੀਮੇਲ, ਮਤਲਬ ਜਿਹੜੀ ਮੇਲ ਦੀ ਸੈਲਰੀ ਉਹ ਕੀ ਤੋਂ ਜ਼ਿਆਦਾ 20% ਫੀਮੇਲ ਤੋਂ, ਤਾਂ ਆਪਾਂ ਫੀਮੇਲ ਦੀ ਸੈਲਰੀ ਨੂੰ ਕੀ ਮੰਨ ਲਾਂਗੇ, 100 ਮੰਨ ਲਾਂਗੇ। ਕੀ ਮੰਨ ਲਾਂਗੇ, 100, ਠੀਕ ਹੈ। ਤੇ ਉਹਦੀ ਮੇਲ ਦੀ, ਈਚ ਮੇਲ ਦੀ ਸੈਲਰੀ ਕਿੰਨੀ ਹੈ, ਤਾਂ 20% ਜ਼ਿਆਦਾ। ਤਾਂ ਹਮੇਸ਼ਾ ਜਦੋਂ ਵੀ ਪਰਸੈਂਟੇਜ ਕਰਨੀ ਹੈ ਤਾਂ 100 ਨਾਲ ਕੰਪੇਅਰ ਕਰਨਾ ਹੈ। ਹੁਣ 100 ਦਾ ਪਰਸੈਂਟ ਤੇ ਈਜ਼ੀਲੀ ਨਿਕਲ ਜਾਊਗਾ, ਤਾਂ 100 ਦਾ 20% ਕਿੰਨਾ ਹੈ, 20 ਹੋਊਗਾ, ਠੀਕ ਹੈ। ਤਾਂ ਉਹਦੀ ਮੇਲ ਦੀ ਸੈਲਰੀ ਉਹ ਤੋਂ 20% ਜ਼ਿਆਦਾ, ਦੈਟ ਮੀਨਸ 100 ਤੋਂ 20 ਜ਼ਿਆਦਾ 120 ਰੁਪਏ, ਠੀਕ ਹੈ। ਕੀ ਕੀਤਾ ਆਪਾਂ, ਸੈਲਰੀ 20% ਜ਼ਿਆਦਾ ਦੇ ਰੱਖੀ ਸੀ ਮੇਲ ਦੀ ਫੀਮੇਲ ਤੋਂ। ਆਪਾਂ ਜਿਹੜੇ ਬਾਅਦ ਚ, ਦੈਟ ਮੀਨਸ ਜਿਹਦੇ ਨਾਲ ਕੰਪੈਰੀਜ਼ਨ ਕੀਤਾ ਹੋਇਆ ਉਹਨੂੰ 100 ਮੰਨ ਲਿਆ, ਠੀਕ ਹੈ। ਤੇ ਫੀਮੇਲ ਦੀ ਕਿੰਨੀ ਹੈਗੀ, ਸੌਰੀ ਮੇਲ ਦੀ ਕਿੰਨੀ ਆ ਗਈ, 120, 20 ਵੱਧ ਗਈ ਉਹਦੇ ਨਾਲੋਂ, ਓਕੇ। ਤਾਂ ਹੁਣ ਆ ਕੀ ਹੈ, ਰੇਸ਼ੋ ਕੀ ਹੈ, ਸਿੰਪਲੈਸਟ ਫਾਰਮ ਕੱਟਾਂਗੇ 20/100 ਤੇ 20/100। ਇਹ ਜਦੋਂ ਆਪਾਂ ਪਰਸੈਂਟੇਜ ਚੈਪਟਰ ਕਰਾਂਗੇ ਨਾ, ਤਾਂ ਉਹਦੇ ਵਿੱਚ ਤੁਹਾਨੂੰ ਆ 100 120 ਕਰਨ ਦੀ ਲੋੜ ਨਹੀਂ ਪੈਣੀ, ਉਦੋਂ ਆਪਾਂ ਸਿੱਧਾ ਕਰਾਂਗੇ ਡਾਇਰੈਕਟ। ਤਾਂ ਇੱਕ ਵਾਰ ਤੁਹਾਡੇ ਕੋਲ ਪਹਿਲੀ ਵਾਰ ਇਹ ਚੀਜ਼ ਹੈ, ਤਾਂ ਕਰਕੇ ਤੁਹਾਨੂੰ ਦੱਸ ਰਿਹਾ ਵੀ ਆਪਾਂ ਸਿੰਪਲ ਐਵੇਂ ਕਰ ਸਕਦੇ ਹਾਂ, ਠੀਕ ਹੈ। ਹੁਣ ਦੇਖੋ ਆਪਾਂ ਨੂੰ ਈਚ ਮੇਲ ਤੇ ਈਚ ਫੀਮੇਲ ਦੀ ਰੇਸ਼ੋ ਆ ਗਈ, ਟੋਟਲ ਸੈਲਰੀ ਦੀ ਆ ਗਈ, ਉਹੀ ਚੀਜ਼ ਆ ਗਈ ਆਪਣੇ ਕੋਲ ਜਿਹੜੀ ਆਪਾਂ ਪਹਿਲਾਂ ਕਰਦੇ ਸੀ। ਕੀ ਹੈ, ਟੋਟਲ ਸੈਲਰੀ ਮੇਲ ਤੇ ਫੀਮੇਲ 4/5, ਈਚ ਮੇਲ ਫੀਮੇਲ ਇੰਨਾ, ਟੋਟਲ ਨੂੰ ਈਚ ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆ ਜੂ, ਨੰਬਰ ਆਫ ਮੇਲ ਤੇ ਫੀਮੇਲ EMPLOYEES ਦੀ ਰੇਸ਼ੋ। ਦੇਅਰਫੋਰ ਨੰਬਰ ਆਫ ਮੇਲ ਐਂਡ ਫੀਮੇਲ EMPLOYEES ਦੀ ਰੇਸ਼ੋ ਕਿੰਨੀ ਹੈ ਆਪਣੀ, ਟੋਟਲ divided by each, ratio total female divided by each, okay। ਤਾਂ ਹੁਣ ਦੇਖੋ ਕੀ ਕਰਾਂਗੇ, ਕਟਿੰਗ ਆ ਗਿਆ 2 ਤੇ, ਆ ਗਿਆ 3 ਤੇ, ਆ 1 ਤੇ ਗਿਆ। ਤਾਂ ਹੁਣ ਆ ਕੀ ਆਗਾ, ਆ 3 ਉਧਰ ਚਲਾ ਜਾਊਗਾ, ਠੀਕ ਹੈ। ਤਾਂ ਰੇਸ਼ੋ ਆਪਣੇ ਕੋਲੇ ਕੀ ਆ ਜਾਊ, 2:3। ਆ ਰੇਸ਼ੋ ਕਿਹਦੀ ਆ ਗਈ ਆਪਣੇ ਕੋਲੇ, ਨੰਬਰ ਆਫ ਮੇਲ ਤੇ ਫੀਮੇਲ EMPLOYEES ਦੀ ਰੇਸ਼ੋ ਕਿੰਨੀ ਆ ਗਈ, 2:3। ਓਕੇ ਸਟੂਡੈਂਟਸ, ਇੱਕ ਤੁਸੀਂ ਧਿਆਨ ਕੀ ਦੇਣਾ ਵੀ ਸਿਰਫ ਐ ਨਹੀਂ ਵੀ ਆਪਾਂ ਕਲਾਸ ਦੇਖੀ ਫਿਰ ਛੱਡਤੀ, ਫਿਰ ਦੂਸਰੀ ਕਲਾਸ ਦੇਖ ਲਈ। ਇੱਕ ਪਾਰਟਿਕੂਲਰ ਨਾ ਨੋਟਸ ਬਣਾਉਣੇ ਸਟਾਰਟ ਕਰੋ, ਠੀਕ ਹੈ। ਜਿਵੇਂ ਕੀ ਕਹਿੰਦੇ ਆ, ਪ੍ਰੈਕਟਿਸ ਮੇਕਸ ਦ ਮੈਨ ਪਰਫੈਕਟ, ਠੀਕ ਹੈ। ਉਵੇਂ ਆਪਾਂ ਕੀ ਕਹਿਣਾ ਹੈ, ਮੈਂ ਕੀ ਕਹਿਣਾ ਹੈ, ਪ੍ਰੈਕਟਿਸ ਮੇਕਸ ਦਾ ਮੈਥਸ ਪਰਫੈਕਟ। ਦੈਟ ਮੀਨਸ ਜੇ ਤੁਸੀਂ ਆਪਦਾ ਮੈਥਮੈਟਿਕਸ ਪਰਫੈਕਟ ਕਰਨਾ ਹੈ, ਕੁਆਂਟਿਟੀ ਆਪਦਾ ਪਰਫੈਕਟ ਕਰਨਾ ਹੈ, ਤਾਂ ਤੁਹਾਨੂੰ ਕੀ ਕਰਨਾ ਪਊਗਾ, ਪ੍ਰੈਕਟਿਸ ਕਰਨੀ ਪਊਗੀ। ਤਾਂ ਪ੍ਰੈਕਟਿਸ ਕਰਨ ਲਈ ਤੁਹਾਡੇ ਕੋਲੇ ਨੋਟਸ ਹੋਣੇ ਬਹੁਤ ਜ਼ਰੂਰੀ ਹੈ। ਦੈਟ ਮੀਨਸ ਨੋਟਸ ਜ਼ਰੂਰੀ ਨਹੀਂ ਵੀ ਤੁਸੀਂ ਹਰ ਚੀਜ਼ ਲਿਖੋ, ਬਟ ਮੇਨ ਜਿਹੜੇ ਕਨਸੈਪਟ ਹੈ ਉਹ ਤੁਹਾਡੇ ਰਿਟਨ ਹੋਣੇ ਚਾਹੀਦੇ ਆ, ਤਾਂ ਕਿ ਜਦੋਂ ਤੁਹਾਡਾ ਮਨ ਹੋਵੇ ਤੁਸੀਂ ਈਜ਼ੀਲੀ ਉਹਨੂੰ ਰਿਵਾਈਜ਼ ਕਰ ਸਕੋ, ਠੀਕ ਹੈ। ਹੁਣ ਸੈਕੰਡ ਕੀ ਹੈ, ਬੋਲੇ ਫਾਈਂਡ ਦਾ ਪਰਸੈਂਟੇਜ ਆਫ ਮੇਲ EMPLOYEES ਇਨ ਦਾ ਆਫਿਸ। ਹੁਣ ਦੇਖੋ
ਆਪਾਂ ਨੂੰ ਕੀ ਕੱਢਣ ਨੂੰ कहता परसेंटेज। ਤਾਂ ਫਿਰ ਮੈਂ ਤੁਹਾਨੂੰ ਦੱਸਿਆ ਵੀ परसेंटेज ਆਪਾਂ डिटेल चैप्टर ਕਰਾਂਗੇ, बट उस तो पहला की करना ਆਪਾਂ एक बारी ਕੱਢਣਾ आना चाहिए। ਤਾਂ ਹੁਣ ਦੇਖੋ ਕਹਿੰਦੇ परसेंटेज ऑफ मेल एम्प्लॉयज किन्ने है, ਤਾਂ ਆਪਣੇ ਕੋਲੇ नंबर ऑफ मेल ਤੇ फीमेल ਦੀ ਰੇਸ਼ੋ ਆ ਗਈ 2:3, ठीक है। ਤਾਂ ਹੁਣ ਕਹਿੰਦੇ ਪੂਰੇ ਆਫਿਸ ਚ ਕਿੰਨੇ ਆ, दैट मीनस ਆਪਾਂ ਟੋਟਲ ਜਿੰਨੇ EMPLOYEज ਹੈ ਉਹਦੇ ਨਾਲ ਕੰਪੇਅਰ ਕਰ ਰਹੇ ਹਾਂ ਵੀ ਆਪਣੇ ਟੋਟਲ EMPLOYEज ਦੇ ਵਿੱਚੋਂ ਮੇਲ ਕਿੰਨੇ ਆ। ਤਾਂ ਹੁਣ ਇਸ ਰੇਸ਼ੋ ਦੇ ਵਿੱਚ ਆਪਣੇ ਮੇਲ ਕਿੰਨੇ ਆ 2, ਤਾਂ ਜਿਹੜਾ ਆਪਾਂ ਕੱਢਣਾ ਹੁੰਦਾ ਉਹ ਆਪਾਂ ਹਮੇਸ਼ਾ ਰੱਖਦੇ ਆ ਉੱਪਰ। ਓਕੇ, ਸਿੰਪਲ ਇੱਕ ਵਾਰੀ ਪਰਸੈਂਟੇਜ ਦਾ ਮੈਂ ਬੇਸਿਕ ਤੁਹਾਨੂੰ ਦੱਸ ਰਿਹਾ ਵੀ ਕਿਵੇਂ ਕਰਨਾ ਆਪਾਂ। ਤਾਂ ਕੀ ਹੈ ਜਿਹੜਾ ਆਪਾਂ ਕੱਢਣਾ ਉਹ ਰੱਖਣਾ ਉੱਪਰ, ਤਾਂ ਆਪਾਂ ਕੱਢਦੇ ਕਿ ਮੇਲ, ਤਾਂ ਮੇਲ ਰੇਸ਼ੋ ਦੇ ਵਿੱਚ ਕਿੰਨੇ ਆ 2। ਓਕੇ, ਤੇ ਟੋਟਲ EMPLOYEज ਰੇਸ਼ੋ ਦੇ ਵਿੱਚ ਹੀ ਦੇਖਣੇ ਆਪਾਂ, ਟੋਟਲ EMPLOYE ਰੇਸ਼ੋ ਦੇ ਵਿੱਚ ਕਿੰਨੇ 3 ਤੇ 2 5। ਓਕੇ, ਸਮਝ ਆਈ ਕੀ ਕੀਤਾ, ਜਿਹੜੇ ਆਪਣੇ ਕਿੰਨੇ ਆ 2, ਜਿਹੜੇ ਕੱਢਨੇ ਆ ਉੱਪਰ ਤੇ ਜਿਹੜੇ ਟੋਟਲ ਜਿਹਦੇ ਨਾਲ ਆਪਾਂ ਕੰਪੇਅਰ ਕਰ ਰਹੇ ਆ ਉਹ ਨੀਚੇ, ਇਨਟੂ 100 20 5 100। ਤਾਂ ਆਪਣੇ ਕੋਲੇ ਮੇਲ EMPLOYEज ਕਿੰਨੇ ਆ 40% ਹੈ ਇਹ, ਕਿਉਂਕਿ ਆਪਾਂ परसेंट ਕੱਢੀਏ ਤਾਂ ਆਨਸਰ ਵੀ 40% ਹੀ ਆਊਗਾ। ਐ ਨਹੀਂ ਇਹਦਾ ਮਤਲਬ 40 EMPLOYEज ਆ, 40 EMPLOYE ਨਹੀਂ 40% ਹੈ। दैट मीन जिन्ने 100% EMPLOYE ਆ ਉਹਦੇ ਵਿੱਚੋਂ 40% ਕੀ ਹੈ ਮੇਲ ਹੈ, ਮੇਲ ਘਟ ਗਏ, ठीक है। ਹੁਣ ਦੇਖੋ बोले इन एन ऑफिस सैलरी ऑफ ईच EMPLOYEज इंक्रीज इन द रेशो। ਹੁਣ ਫੇਰ ਮੈਂ ਤੁਹਾਨੂੰ ਕੀ ਦੱਸਿਆ ਵੀ ਜਿੰਨੇ ਆਪਾਂ ਕੁਐਸਚਨ ਦੇ ਵਿੱਚ ਮੋਡੀਫਿਕੇਸ਼ਨਸ ਹੋ ਸਕਦੀਆਂ ਉਹ ਸਾਰੀਆਂ ਤੁਹਾਨੂੰ ਕਰਕੇ ਦਿਖਾਵਾਂਗੇ, ਠੀਕ ਹੈ। ਹਰ ਇੱਕ ਟਾਈਪ ਦੇ ਕੁਐਸਚਨਸ ਕਰਾਵਾਂਗੇ, ਐ ਨਹੀਂ ਵੀ ਇੱਕ ਕਰਾਤਾ ਤੇ ਛੱਡਤਾ, ਨਹੀਂ। ਹੁਣ ਦੇਖੋ ਕਹਿੰਦੇ ਇਨ ਐਨ ਆਫਿਸ ਸੈਲਰੀ ਆਫ ਈਚ EMPLOYE ਇੰਕਰੀਜ਼ਡ ਇਨ ਦ ਰੇਸ਼ੋ ਦਿਸ, ਸੈਲਰੀ ਆਫ ਨੰਬਰ ਆਫ EMPLOYEज ਰਿਡਿਊਸਡ ਇਨ ਦ ਰੇਸ਼ੋ ਦਿਸ, ਠੀਕ ਹੈ। ਤਾਂ ਪਹਿਲਾਂ ਆਪਾਂ ਨੂੰ ਕੀ ਦਿੱਤਾ, ਸਿੱਧਾ ਦਿੱਤਾ ਹੁੰਦਾ ਸੀ ਵੀ ਟੋਟਲ ਸੈਲਰੀ ਮੇਲ ਦੀ ਇੰਨੀ ਹੈ, ਟੋਟਲ ਸੈਲਰੀ ਫੀਮੇਲ ਦੀ ਇੰਨੀ ਹੈ। ਹੁਣ ਆਪਾਂ ਨੂੰ ਕੀ ਦਿੱਤਾ ਵੀ ਕਹਿੰਦੇ ਇੰਕਰੀਜ਼ ਐਸ ਰੇਸ਼ੋ ਚ ਹੋਏ, ਠੀਕ ਹੈ, ਤੇ ਨੰਬਰ ਆਫ EMPLOYEज ਐਸ ਰੇਸ਼ੋ ਚ ਰਿਡਿਊਸ ਹੋ। ਤਾਂ ਹੁਣ ਦੇਖੋ ਹੈ ਕੁਛ ਨਹੀਂ, ਉਹੀ ਸੇਮ ਕੁਐਸਚਨ ਹੈ ਜਿਹੜਾ ਆਪਾਂ ਪਹਿਲਾਂ ਕੀਤਾ ਸੀ। बोले सैलरी ऑफ ईच EMPLOYE, ये ना एक एक वर्ड पे ध्यान देना, ईच EMPLOYE दी रेशो, दैट मींस ईच एच मेल फीमेल नहीं किया उन्होंने, सीधा EMPLOYE कहता आपका, ठीक है। तो ईच दी रेशो कितनी है, पहला 4 सी, हुण कितनी होगी 5 होगी। उन्होंने की किया 4:5 इंक्रीज की है, दैट मींस पहला 4 सी ते हुण कितनी होगी 5 होगी। फिर की है बोले नंबर ऑफ EMPLOYEज रिड्यूस्ड इन द रेशो 5:3, तो ਜਿਹੜੇ नंबर ऑफ EMPLOYEज ਸੀ ਉਹ ਕੀ ਹੈ रिड्यूस हो गए 5:3, दैट मींस पहला कितने सी 5 ਤੇ ਹੁਣ ਕਿੰਨੇ ਆ 3, ठीक है। ओके, ਤਾਂ ਇਹ ਡਿਟੇਲਸ ਵੀ ਆਪਾਂ ਜੇ ਸੋਚੀਏ ਤਾਂ ਕਰ ਸਕਦੇ ਆ, ਇਸ ਟਾਈਪ ਦੇ ਕੁਐਸਚਨ ਵੀ ਆਪਾਂ ਇਹਨੂੰ x ਮੰਨ ਲਿਆ, ਇਹਨੂੰ ਆ ਮੰਨ ਲਿਆ, ਇਹਨੂੰ ਉਹ ਮੰਨ ਲਿਆ, ਬਟ ਉਹ ਕੀ ਬਹੁਤ ਲੰਬਾ ਪ੍ਰੋਸੈਸ ਹੈ। ਤਾਂ ਆਪਾਂ ਸਿੰਪਲ ਕੀ ਕਰਾਂਗੇ, ਉਹੀ ਜਿਹੜਾ ਕਨਸੈਪਟ ਆਪਣਾ ਚੱਲਦਾ ਆ ਰਿਹਾ ਉਹੀ ਕਰਦੇ ਹਾਂ। ਤਾਂ ਹੁਣ ਦੇਖੋ ਕੀ ਹੈ, ਬੋਲੇ ਈਚ EMPLOYE ਦੀ ਸੈਲਰੀ ਇੰਨੀ ਹੈ ਤੇ ਨੰਬਰ ਆਫ EMPLOYE ਇੰਨੇ ਹੈ। ਉਸ ਤੋਂ ਬਾਅਦ ਕਹਿੰਦੇ देयर बाय कंपनी सेव्स ₹60,000। ਹੁਣ ਚਲੋ ਇਹ ਤੁਹਾਨੂੰ ਦੱਸਦਾ, ਇਸ ਤੋਂ ਪਹਿਲਾਂ ਇੱਕ ਪ੍ਰੈਕਟੀਕਲ ਤੁਹਾਨੂੰ ਐਗਜ਼ਾਮਪਲ ਦੇ ਦਾਂ। ਮੰਨ ਲਓ ਠੀਕ ਹੈ ਕੋਈ ਪਾਰਟੀ ਕਰਨੀ ਹੈ, ਠੀਕ ਹੈ, ਪਾਰਟੀ ਕਰਦੇ ਰਹਿੰਦੇ ਹੋ, ਤਾਂ ਪਾਰਟੀ ਦੇ ਵਿੱਚ ਕੀ ਹੈ ਵੀ ਕਹਿੰਦੇ ਹਰ ਇੱਕ ਬੰਦੇ ਨੇ ਕਿੰਨਾ ਪਾਇਆ 100 ਰੁਪਏ ਪਾ, ਠੀਕ ਹੈ। ਇੱਕ ਬੰਦੇ ਨੇ ਕਿੰਨਾ ਪਾਇਆ 100, ਠੀਕ ਹੈ, ਮੈਂ ਵੀ 100 ਪਾ ਲਿਆ, ਦੂਜੇ ਬੰਦੇ ਨੇ 100 ਪਾ ਲਿਆ, ਉਹਨੇ ਵੀ 100 ਪਾ ਲਿਆ। ਤਾਂ ਬੰਦੇ ਕਿੰਨੇ ਸੀ, ਮੰਨ ਲਓ 5, ਠੀਕ ਹੈ। 100 ਰੁਪਏ ਇੱਕ ਜਣੇ ਨੇ ਪਾਇਆ, ਟੋਟਲ ਬੰਦੇ ਕਿੰਨੇ ਸੀ 5, ਤਾਂ ਪੰਜਾਂ ਨੇ 100 ਮਿਲਾ ਕੇ ਟੋਟਲ ਆਪਣਾ ਕਿੰਨਾ ਬਣ ਗਿਆ 500 ਰੁਪਏ। ਓਕੇ, दैट मींस ਇੱਥੋਂ ਆਪਾਂ ਨੂੰ ਕੀ ਪਤਾ ਲੱਗਿਆ, ਇਹ ਪ੍ਰੈਕਟੀਕਲ ਚੀਜ਼ਾਂ ਹੀ ਸਾਰੀਆਂ ਆਪਣੇ ਆਸੇ-ਪਾਸੇ ਹੀ, ਉਹ ਤੋਂ ਆਪਾਂ ਮੈਥ ਕੱਢਣਾ ਹੈ ਵੀ ਕੀ ਹੈ ਈਚ ਨੇ ਕਿੰਨਾ ਪਾਇਆ ਇਨਟੂ ਜੇ ਆਪਾਂ ਨੰਬਰ ਆਫ ਕਰ ਦਈਏ, ਠੀਕ ਹੈ, ਕਿੰਨੇ ਬੰਦੇ ਸੀ, ਤਾਂ ਆਪਣੇ ਕੋਲੇ ਕੀ ਆ ਜਾਊ ਟੋਟਲ ਆਪਣਾ ਐਕਸਪੈਂਡੀਚਰ, ਠੀਕ ਹੈ। ਜਾਂ ਟੋਟਲ ਆਪਾਂ ਕੀ ਹੈ ਟੋਟਲ ਅਮਾਉਂਟ ਆ ਜਾਊਗੀ ਆਪਣੀ, ਠੀਕ ਹੈ। ਹੁਣ ਇਸੇ ਕਨਸੈਪਟ ਨੂੰ, ਪਾਰਟੀਕਲ ਵਾਲੇ ਕਨਸੈਪਟ ਨੂੰ ਆਪਾਂ ਇਹਦੇ ਵਿੱਚ ਲਾ ਦੇਣਾ। ਹੁਣ ਦੇਖੋ ਕੀ ਹੈ, ਕਹਿੰਦੇ ਈਚ EMPLOYE ਦੀ ਰੇਸ਼ੋ 4 ਤੋਂ 5 ਹੋ ਗਈ ਤੇ ਨੰਬਰ ਆਫ EMPLOYE 5 ਤੋਂ 3 ਹੋ ਗਏ। ਤਾਂ ਆਪਣਾ ਜਿਹੜਾ ਟੋਟਲ ਖਰਚਾ ਸੀ, ਦੈਟ ਮੀਨਸ ਟੋਟਲ ਸੈਲਰੀ ਜਿਹੜੀ ਐਕਸਪੈਂਡੀਚਰ ਸੀ ਕਿੰਨਾ ਹੋ ਗਿਆ, ਇੱਕ ਬੰਦੇ ਨੂੰ 4 ਮਿਲਦੇ ਸੀ ਤਾਂ ਨੰਬਰ ਆਫ ਮੇਲ, ਸੌਰੀ ਮੇਲ ਨਹੀਂ, ਆਪਾਂ ਹੁਣ ਮੇਲ ਫੀਮੇਲ ਨਹੀਂ ਹੈਗੇ, ਸਿੱਧਾ EMPLOYEਜ਼ ਹੈ। ਆ ਹੋ ਗਏ ਪਹਿਲਾਂ ਵਾਲੇ, ਲਾਸਟ ਆ ਹੋ ਗਏ ਹੁਣ ਪ੍ਰੈਜ਼ੈਂਟ ਵਾਲੇ, ਠੀਕ ਹੈ। ਵੀ ਪਹਿਲਾਂ ਇੰਨੇ ਸੀ ਹੁਣ ਇੰਨੇ ਹੋ ਗਏ, ਪਹਿਲਾਂ ਨੰਬਰ ਆਫ EMPLOYEਜ਼ ਸੀ ਇੰਨੇ, ਤਾਂ 5 ਚੋਂ ਕੇ 5 × 4 20, ਜਿਵੇਂ ਤੁਹਾਨੂੰ ਦੱਸਿਆ ਮੈਂ, ਠੀਕ ਹੈ। ਤੇ 5 × 3 is 15, ਓਕੇ। ਤੇ ਇਹ ਕੀ ਆ ਗਿਆ ਆਪਣੇ ਕੋਲੇ ਟੋਟਲ ਐਕਸਪੈਂਡੀਚਰ ਕਿੰਨਾ ਹੋਇਆ,
ਹੁਣ ਮੈਂ ਤੁਹਾਨੂੰ ਯਾਦ ਕਰੋ ਪਿਛਲੀ ਕਲਾਸ ਦੇ ਵਿੱਚ ਕੀ ਸਮਝਾਇਆ ਸੀ ਵੀ ਆਪਾਂ ਨੂੰ ਇੱਥੇ ਆਪਾਂ ਬਾਅਦ ਚੋਂ ਕੱਟਾਂਗੇ, ਇਸ ਤੋਂ ਬੈਟਰ ਕੀ ਹੈ ਵੀ ਜੇ ਆਪੋਜ਼ਿਟ ਸਾਈਡ ਵਾਲੇ ਕੋਈ ਕੱਟਦੇ ਆ ਤਾਂ ਕੱਟ ਦੋ। 5 ਨਾਲ 5 ਕੱਟੇਗਾ ਤਾਂ ਆਪਣੀ ਰੇਸ਼ੋ ਕਿੰਨੀ ਆ ਗਈ 4:3। ਠੀਕ ਹੈ, ਹੁਣ ਆਪਾਂ ਇਹਨੂੰ ਵੀ ਕੱਟਣਾ ਸੀ 4:3 ਹੀ ਆਣੀ ਸੀ ਤਾਂ ਆਪਾਂ ਸਿੱਧਾ ਪਹਿਲਾਂ ਹੀ ਕੱਟਦਾ ਜਿਹੜਾ ਇਸ ਸਾਈਡ ਤੇ ਇਸ ਸਾਈਡ ਆਪੋਜ਼ਿਟ ਸਾਈਡ ਕੱਟਿਆ ਜਾਂਦਾ ਹੈ। ਇੱਧਰ ਕੀ ਬਚਿਆ 4, ਇੱਧਰ ਕੀ ਬਚਿਆ 3, ਤਾਂ ਆਪਣੇ ਕੋਲੇ ਕੀ ਆ ਗਿਆ ਜਿੰਨਾ ਟੋਟਲ ਐਕਸਪੈਂਡੀਚਰ ਹੋ ਰਿਹਾ ਕਿਹਦੇ ਉੱਤੇ, ਸੈਲਰੀ ਦੇ ਉੱਤੇ। ਠੀਕ ਹੈ, ਵੀ ਪਹਿਲਾਂ EMPLOYEES ਨੂੰ ਇੰਨੀ ਸੈਲਰੀ ਦੇ ਰਹੇ ਸੀ ਤੇ ਹੁਣ EMPLOYEES ਨੂੰ ਇੰਨੀ ਸੈਲਰੀ ਦੇ ਰਹੇ। ਠੀਕ ਹੈ, ਸਮਝ ਆਇਆ। ਹੁਣ ਕੀ ਹੈ ਕਹਿੰਦੇ देयर बाय कंपनी सेव्स। ਹੁਣ ਕੀ ਧਿਆਨ ਦੇਣਾ, ਸੇਵ। ਮੰਨ ਲਓ ਤੁਹਾਡੀ ਕੰਪਨੀ ਸੀ, ਠੀਕ ਹੈ, ਉਹ ਪਹਿਲਾਂ ਇੰਨੀ ਦੇ ਰਹੀ ਸੀ ਸੈਲਰੀ 4, ਹੁਣ ਉਹ ਕਿੰਨੀ ਦੇਣ ਲੱਗੀ 3, ਕਿੰਨੀ ਸੈਲਰੀ ਘੱਟ ਦੇਣ ਲੱਗੀ ਰੇਸ਼ੋ ਦੇ ਵਿੱਚ 1। ਡਿਫਰੈਂਸ ਕਿੰਨਾ 1, ਵੀ ਪਹਿਲਾਂ 4 ਸੈਲਰੀ ਦਿੰਦੀ ਸੀ ਹੁਣ ਸੈਲਰੀ 3 ਦੇਣ ਲੱਗੀ, ਘਟੀ ਕਿੰਨੀ 1 ਘਟ ਗਈ ਨਾ, 1 ਉਹਨੂੰ ਘੱਟ ਦੇਣਾ ਪੈ ਰਿਹਾ ਤਾਂ ਦੈਟ ਮੀਨਸ ਉਹ ਕੰਪਨੀ ਦਾ ਤਾਂ ਸੇਫ ਹੀ ਹੋ ਰਿਹਾ। ਕੰਪਨੀ ਪਹਿਲਾਂ ਇੰਨੀ ਸੈਲਰੀ ਦਿੰਦੀ ਸੀ ਹੁਣ ਉਹ ਇੰਨੀ ਦੇਣ ਲੱਗੀ ਤਾਂ ਉਹ 1 ਬਰਾਬਰ ਕਿੰਨਾ ਹੈ 60,000 ਰੁਪਏ। ਦੈਟ ਮੀਨਸ ਇਹ ਕਰਨ ਨਾਲ ਕੰਪਨੀ ਨੂੰ 60,000 ਦਾ ਬਚਤ ਹੋ ਰਹੀ ਹੈ, ਕੰਪਨੀ 60,000 ਰੁਪਏ ਸੇਵ ਕਰ ਰਹੀ ਹੈ। ਬੋਲੇ ਫਾਈਂਡ ਦ ਇਨੀਸ਼ੀਅਲ ਐਕਸਪੈਂਡੀਚਰ। ਇਨੀਸ਼ੀਅਲ ਦਾ ਮਤਲਬ ਕੀ ਹੁੰਦਾ ਹੈ, ਪਹਿਲਾਂ ਵਾਲਾ। ਠੀਕ ਹੈ, ਵੀ ਪਹਿਲਾਂ ਕਿੰਨਾ ਹੋ ਰਿਹਾ ਸੀ ਤਾਂ ਰੇਸ਼ੋ ਵਿੱਚ ਆ ਕੀ ਹੈ ਪਹਿਲਾਂ ਵਾਲਾ, ਤਾਂ 4 ਬਰਾਬਰ ਕਿੰਨਾ ਹੋਊਗਾ ਇਹ ਕੱਢ ਲਾਂਗੇ। ਠੀਕ ਹੈ, into 4 ਤਾਂ ਪਹਿਲਾਂ ਕਿੰਨਾ ਐਕਸਪੈਂਡੀਚਰ ਹੋ ਰਿਹਾ ਸੀ 2,40,000। ठीक है, सैलरी बढ़ गई। ठीक है, तो 2,40,000। ओके, ये थोड़ी की आ गई भी इनिशियल एक्सपेंडिचर अपना कितना हो रहा है। ओके स्टूडेंट्स, ਹੁਣ ਕਹਿੰਦੇ ਹਾਊ ਮਚ ਪਰਸੈਂਟ ਇੰਕਰੀਜ਼ ਔਰ ਡਿਕਰੀਜ਼ ਇਨ ਐਕਸਪੈਂਡੀਚਰ ਆਫ ਦਾ ਸੈਕਟਰ। ਤਾਂ ਮੇਰੇ ਹਿਸਾਬ ਨਾਲ ਆ ਤੁਹਾਨੂੰ ਸਮਝ ਆ ਗਈ ਹੋਣੀ ਹੈ, ਜੋ ਪ੍ਰੈਜ਼ੈਂਟ ਐਕਸਪੈਂਡੀਚਰ ਆਪਾਂ ਨੂੰ ਕੱਢਣ ਨੂੰ ਕਹਿੰਦੇ ਤਾਂ ਆਪਾਂ 3 ਦੀ ਵੈਲਿਊ ਕੱਢ ਦੇਣੀ ਸੀ। ਓਕੇ, ਹੁਣ ਆਪਾਂ ਨੂੰ ਕੀ ਕਿਹਾ, ਬੋਲੇ ਹਾਊ ਮਚ ਪਰਸੈਂਟ ਇੰਕਰੀਜ਼ ਔਰ ਡਿਕਰੀਜ਼ ਇਨ ਐਕਸਪੈਂਡੀਚਰ। ਠੀਕ ਹੈ, ਵੀ ਜਿਹੜਾ ਸੈਲਰੀ ਤੇ ਖਰਚਾ ਹੁੰਦਾ ਸੀ ਉਹ ਹੁਣ ਕਿੰਨਾ ਘਟਿਆ ਜਾਂ ਵਧਿਆ, ਕਿੰਨੇ ਪਰਸੈਂਟ ਦੇ ਵਿੱਚ ਆਪਾਂ ਦੱਸਣਾ। ਤਾਂ ਹੁਣ ਦੇਖੋ ਆਪਣੀ ਰੇਸ਼ੋ ਕਿੰਨੀ ਹੈ, ਜਿਹੜਾ ਐਕਸਪੈਂਡੀਚਰ ਹੋਇਆ 4:3। ਤਾਂ ਇੱਥੇ ਇੱਕ ਵਾਰੀ ਮੈਂ ਨਵੇਂ ਪੇਜ ਤੋਂ ਤੁਹਾਨੂੰ ਕਰਾ ਦਿੰਦਾ, ਤਾਂ ਜਿਹੜਾ ਐਕਸਪੈਂਡੀਚਰ ਸੀ ਸੈਲਰੀ ਦੇ ਉੱਤੇ ਉਹਦੀ ਰੇਸ਼ੋ ਕਿੰਨੀ ਸੀ 4:3। ਕਿੰਨੀ ਸੀ 4:3। ਹੁਣ ਆਪਾਂ ਕੀ ਕਰਨਾ ਹੈ, ਕਿੰਨਾ ਇੰਕਰੀਜ਼ ਜਾਂ ਡਿਕਰੀਜ਼ ਹੋਇਆ। ਹੁਣ ਦੇਖੋ ਪਹਿਲਾਂ ਕਿੰਨਾ ਸੀ 4, ਹੁਣ ਕਿੰਨਾ ਹੋ ਗਿਆ 3। ਠੀਕ ਹੈ, ਤਾਂ ਪਰਸੈਂਟੇਜ ਦੇ ਵਿੱਚ ਆਪਣਾ ਕਿੰਨਾ ਘਟ ਗਿਆ। ਠੀਕ ਹੈ, ਰੇਸ਼ੋ ਦੇ ਵਿੱਚ ਆਪਣਾ 1 ਘਟਿਆ, ਕਿੰਨੇ ਚੋਂ ਘਟਿਆ ਪਹਿਲਾਂ 4 ਸੀ ਤਾਂ ਇੱਥੇ ਜਿਹੜੀ ਵੈਲਿਊ ਆਉਂਦੀ ਹੈ ਉਹ ਇਨੀਸ਼ੀਅਲ ਵੈਲਿਊ। ਠੀਕ ਹੈ, ਜਿਹੜੀ ਪਹਿਲਾਂ ਸੀ, ਕਿਉਂਕਿ ਆਪਾਂ ਨੂੰ ਕਿਹਦੇ ਨਾਲ ਕੰਪੇਅਰ ਕਰਾਂਗੇ। ਮੰਨ ਲਓ ਆਪਾਂ ਆਪਣਾ weight ਕਹਿੰਦੇ ਆ ਵੀ weight ਮੇਰਾ ਇੰਨਾ ਵੱਧ ਗਿਆ ਇੰਨਾ ਘਟ ਗਿਆ, ਤਾਂ ਆਪਾਂ ਕਿਹਦੇ ਨਾਲ ਕੰਪੇਅਰ ਕਰਦੇ ਆ ਆਪਣੇ ਪਿਛਲੇ ਨਾਲ, ਵੀ ਪਹਿਲਾਂ ਮੇਰਾ ਇੰਨਾ ਸੀ ਹੁਣ ਮੇਰਾ weight ਇੰਨਾ ਵੱਧ ਗਿਆ ਜਾਂ ਮੇਰਾ ਇੰਨਾ weight ਘਟ ਗਿਆ। ਤਾਂ ਹਰ ਚੀਜ਼ ਆਪਾਂ ਕੰਪੇਅਰ ਜਦੋਂ ਕਰਦੇ ਆ ਤਾਂ ਉਹ ਕਿਹਦੇ ਨਾਲ ਕਰਦੇ ਆ, ਇਨੀਸ਼ੀਅਲ ਵੈਲਿਊ ਨਾਲ। ਤਾਂ ਆਪਣੀ ਇਨੀਸ਼ੀਅਲ ਐਕਸਪੈਂਡੀਚਰ ਆਪਣਾ 4 ਸੀ ਤੇ ਹੁਣ ਕਿੰਨਾ 1 ਘਟ ਗਿਆ ਇਨਟੂ 100, ਤਾਂ ਕਿੰਨਾ ਆ ਗਿਆ 25%। ਦੈਟ ਮੀਨਸ ਆਪਣਾ ਜਿਹੜਾ ਐਕਸਪੈਂਡੀਚਰ ਹੈ ਉਹ 25% ਕੀ ਕਰ ਗਿਆ, ਡਿਕਰੀਜ਼ ਕਰ ਗਿਆ। ਓਕੇ ਸਟੂडेंट्स, तो अपने को ਇਹਦਾ ਆਨਸਰ ਕੀ ਆ ਗਿਆ, ਹਾਊ ਮਚ ਪਰਸੈਂਟ ਇੰਕਰੀਜ਼ ਔਰ ਡਿਕਰੀਜ਼ ਇਨ ਐਕਸਪੈਂਡੀਚਰ ਕਿੰਨਾ ਆ ਗਿਆ 25% ਡਿਕਰੀਜ਼। ਓਕੇ, ਚਲੋ ਜੀ ਹੁਣ ਆਪਾਂ ਨੇ ਨੈਕਸਟ ਤੇ बोले in an office salary of each employee increase in the ratio ਇੰਨਾ, total expenditure on salary is reduced in ਇੰਨਾ। ਠੀਕ ਹੈ, ਹੁਣ ਉਹੀ ਕੁਐਸਚਨ ਹੈ ਉਹਨੂੰ ਉਲਟਾ ਕਰਕੇ ਦਿੱਤਾ। ਪਹਿਲਾਂ ਆਪਾਂ ਨੂੰ ਕੀ ਦਿੱਤਾ ਸੀ, ਨੰਬਰ ਆਫ EMPLOYEE ਤੇ ਉਹ ਦਿੱਤਾ ਸੀ, ਆਪਾਂ ਟੋਟਲ ਕੱਢ ਲਿਆ ਸੀ, ਹੁਣ ਆਪਾਂ ਨੇ ਟੋਟਲ ਦਿੱਤਾ ਤੇ ਈਚ ਦਿੱਤਾ। ਹੁਣ ਦੇਖੋ ਟੋਟਲ ਐਕਸਪੈਂਡੀਚਰ, ਟੋਟਲ ਕਿੰਨਾ ਖਰਚਾ ਹੋ ਰਿਹਾ, ਪਹਿਲਾਂ 5 ਹੋ ਰਿਹਾ ਸੀ ਹੁਣ 3 ਹੋ ਰਿਹਾ। ਸੈਲਰੀ ਆਫ ਈਚ EMPLOYEE, ਈਚ ਦੀ ਪਹਿਲਾਂ 2 ਸੀ ਹੁਣ 3। ਠੀਕ ਹੈ ਜੀ, ਵਿਦ ਸੈਲਰੀ ਈਚ EMPLOYEE ਦੀ ਵਧ ਗਈ ਤੇ ਟੋਟਲ ਖਰਚਾ ਘਟ ਗਿਆ। ਤਾਂ ਹੁਣ ਕਹਿੰਦੇ ਹਾਊ ਮਚ ਪਰਸੈਂਟ ਇੰਕਰੀਜ਼ ਔਰ ਡਿਕਰੀਜ਼ ਇਨ ਦ ਨੰਬਰ ਆਫ EMPLOYEE। ਤਾਂ ਉਹੀ ਫੇਰ ਪ੍ਰੈਕਟੀਕਲ ਐਗਜ਼ਾਮਪਲ ਆਪਾਂ ਲਵਾਂਗੇ। ਕੀ ਕੀਤਾ, ਮੰਨ ਲਓ ਟੋਟਲ ਤੁਸੀਂ ਪਾਏ ਸੀ 500 ਰੁਪਏ ਪਾਰਟੀ ਲਈ, ਕਿੰਨੇ ਪਾਏ ਸੀ 500 ਰੁਪਏ, ਤੇ ਇੱਕ ਬੰਦੇ ਨੇ ਕਿੰਨੇ ਪਾਏ ਸੀ 100 ਰੁਪਏ। ਠੀਕ ਹੈ, 500 ਰੁਪਏ ਟੋਟਲ ਤੁਹਾਡਾ ਇਕੱਠਾ ਹੋਇਆ ਤੇ ਹਰ ਇੱਕ ਬੰਦੇ ਨੇ ਜਦੋਂ ਪੁੱਛਿਆ ਵੀ ਬਾਈ ਤੂੰ ਕਿੰਨੇ ਪਾਏ ਸੀ, ਤੂੰ ਕਿੰਨੇ ਪਾਏ ਸੀ, ਉਹ ਕਹਿੰਦਾ ਮੈਂ ਤਾਂ 100 ਪਾਇਆ ਸੀ, ਉਹ ਕਹਿੰਦਾ ਮੈਂ ਵੀ 100 ਪਾਇਆ। ਦੈਟ ਮੀਨਸ ਹਰ ਇੱਕ ਬੰਦੇ ਨੇ ਕਿੰਨਾ ਪਾਇਆ 100 ਰੁਪਏ। ਤਾਂ ਆਪਾਂ ਕਹਿੰਦੇ ਕਿੰਨੇ ਬੰਦੇ ਹੋ ਗਏ ਤੇ ਡਿਵਾਈਡ ਕਰਾਂਗੇ ਤਾਂ ਆਪਣੇ ਕੋਲੇ ਕਿੰਨੇ ਬੰਦੇ ਸੀ 5। ਦੈਟ ਮੀਨਸ ਜਦੋਂ ਆਪਣੇ ਕੋਲੇ ਟੋਟਲ ਦਿੱਤਾ ਹੋਵੇ, ਈਚ ਦਾ ਸ਼ੇਅਰ ਦਿੱਤਾ ਹੋਵੇ, ਆਪਾਂ ਦੋਨਾਂ ਨੂੰ ਡਿਵਾਈਡ ਕਰ ਦਾਂਗੇ
ਤਾਂ ਆਪਣੇ ਕੋਲ ਕੀ ਆ ਜਾਊਗਾ ਨੰਬਰ, ਵੀ ਕਿੰਨੇ ਆਪਣੇ ਨੰਬਰ ਆਫ ਪਰਸਨ ਸੀ, ਨੰਬਰ ਆਫ EMPLOYEE ਸੀ। ਠੀਕ ਹੈ, ਹੁਣ ਦੇਖੋ ਆਪਣੇ ਕੋਲੇ ਟੋਟਲ ਕਿੰਨੇ ਹੈ 5। ਠੀਕ ਹੈ, दैट मींस ਜਿਹੜਾ ਟੋਟਲ ਆਪਣਾ ਖਰਚਾ ਆ ਰਿਹਾ ਉਹ ਕਿੰਨਾ ਆ ਰਿਹਾ 5, ਤੇ ਈਚ मतलब ਇੱਕ ਦਾ ਕਿੰਨਾ ਸ਼ੇਅਰ ਸੀ ਜਾਂ ਇੱਕ ਨੂੰ ਕਿੰਨੀ ਸੈਲਰੀ ਮਿਲੀ ਸੀ, ਉਹ ਕਿੰਨੀ ਮਿਲ ਰਹੀ ਸੀ 2। ਹੁਣ ਦੇਖੋ ਤਾਂ ਆਪਾਂ ਨੰਬਰ ਆਫ EMPLOYEES ਦੀ ਰੇਸ਼ੋ ਕੱਢਣੀ ਹੈ, ਤਾਂ ਇੱਥੋਂ 5 ਡਿਵਾਈਡਡ ਬਾਈ 2 ਤੇ ਇੱਥੇ 3 ਡਿਵਾਈਡਡ ਬਾਈ 3। ਠੀਕ ਹੈ, ਆ ਕੱਟਿਆ ਗਿਆ ਤਾਂ 2 ਇੱਧਰ ਚਲਾ ਜਾਊਗਾ, ਤਾਂ ਰੇਸ਼ੋ ਆਪਣੇ ਕੋਲੇ ਕਿੰਨੀ ਆ ਗਈ 5 ਰੇਸ਼ੋ। दैट मींस ਆਪਣੇ ਨੰਬਰ ਆਫ EMPLOYEES ਪਹਿਲਾਂ ਇੰਨੇ ਸੀ ਤੇ ਹੁਣ ਇੰਨੇ ਹੋ ਗਏ। ਓਕੇ ਸਟੂਡੈਂਟਸ, ਤਾਂ ਕਹਿੰਦੇ ਕਿੰਨਾ ਇੰਕਰੀਜ਼ ਜਾਂ ਡਿਕਰੀਜ਼ ਹੋਇਆ ਨੰਬਰ ਆਫ EMPLOYEES ਦੇ ਵਿੱਚ, ਤਾਂ ਨੰਬਰ ਆਫ EMPLOYEES ਪਹਿਲਾਂ 5 ਸੀ, ਹੁਣ ਕਿੰਨੇ ਹੋ ਗਏ 2, ਕਿੰਨੇ ਘਟ ਗਏ 3 ਘਟ ਗਏ। ਮੈਂ ਤੁਹਾਨੂੰ ਦੱਸਿਆ ਕੰਪੇਅਰ ਕਿਹਦੇ ਨਾਲ ਕਰਨਾ ਇਨੀਸ਼ੀਅਲ ਨਾਲ, ਤੇ ਇਨੀਸ਼ੀਅਲ ਕਿੰਨਾ ਸੀ 5 ਗੁਣਾ 100, ਤਾਂ ਆਪਣੇ ਕੋਲੇ ਕਿੰਨਾ ਹੈ 60%। ਹੁਣ ਇੰਕਰੀਜ਼ ਜਾਂ ਡਿਕਰੀਜ਼ ਕਿਵੇਂ ਪਤਾ ਲੱਗੂ, ਰੇਸ਼ੋ ਪਹਿਲਾਂ 5 ਸੀ 2 ਸੀ ਘਟੀ ਹੈ ਨਾ, ਤਾਂ ਆਪਣੀ ਪਰਸੈਂਟੇਜ ਕੀ ਹੈ 60% ਆਪਣੇ ਨੰਬਰ ਆਫ EMPLOYEES ਘਟ ਗਏ। ਓਕੇ ਸਟੂਡੈਂਟਸ, ਹੁਣ ਕਹਿੰਦੇ ਇਫ ਦਾ ਇਨੀਸ਼ੀਅਲ ਨੰਬਰ ਆਫ EMPLOYEES ਵਰ 80, ਕਹਿੰਦੇ ਜਿਹੜੇ ਪਹਿਲਾ EMPLOYEES ਸੀ ਉਹ 80 ਸੀ, ਤਾਂ ਪਹਿਲਾਂ ਇਹ ਚ ਕਿੰਨੇ ਆ 5। ਠੀਕ ਹੈ, ਤਾਂ 5 ਬਰਾਬਰ ਕਿੰਨਾ ਸੀ ਆਪਣਾ 80, ਤਾਂ ਕਹਿੰਦੇ ਦੈਨ ਫਾਈਂਡ ਦ ਟੋਟਲ ਨੰਬਰ ਆਫ EMPLOYEES ਐਟ ਪ੍ਰੈਜ਼ੈਂਟ, ਤਾਂ ਪ੍ਰੈਜ਼ੈਂਟ ਕਿੰਨੇ ਆ 2, ਤਾਂ 2 ਬਰਾਬਰ ਕਿੰਨਾ ਹੋਊ 80 ਡਿਵਾਈਡਡ 5 into 2। ਠੀਕ ਹੈ, 2 5 80, ਤਾਂ ਆਪਣਾ ਕਿੰਨਾ ਆ ਗਿਆ ਹੁਣ ਪ੍ਰੈਜ਼ੈਂਟ ਕਿੰਨੇ ਆ 32 EMPLOYEES। ਓਕੇ ਸਟੂडेंट्स, चलो नेक्स्ट कहते हुण ये होर लैंग्वेज थोड़ी चेंज करके देती, कहते इफ द सैलरी ऑफ ईच एम्प्लॉय इंक्रीज बाय 50% एंड नंबर ऑफ एम्प्लॉयज रिड्यूस बाय 20%। हुण आपां नूं रेशो नहीं दित्ती, आपां नूं की देता भी जिहड़े एम्प्लॉयज है वो 50% इंक्रीज कर गए, ते जिहड़े सॉरी जिहड़ी सैलरी है ईच एम्प्लॉय दी 50% इंक्रीज कर गई, ते जिहड़े नंबर ऑफ एम्प्लॉयज है वो 20% रिड्यूस कर गए। हुण आपां नूं सिक्ख्या कि आप रेशो नाल करना, तो आपां नूं की बनानी पैनी है रेशो। ठीक है, तो रेशो बनाने लई की है, हुण देखो मैं तुहानूं की दस्सिया पहला वही 100 120 वाला मैथड जिहड़ा है, बोले इन एन ऑफिस सैलरी ऑफ ईच एम्प्लॉय इंक्रीज बाय 50%, तो हुण ईच दी सैलरी, ठीक है ईच कितनी 50% वध गई, दैट मीनस पहला 100 होगी ते हुण कितनी होगी 150। ठीक है, की कितना 50% वधी है, तो पहला 100 सी हुण 150 होगी, दैट मीन 50 ਦੇ ਟੇਬਲ ਤੇ ਕੱਟ ਕੇ ਕਿੰਨਾ ਆ ਗਿਆ 50 2 100 50 3 150। ਤਾਂ ਆਪਣੇ ਕੋਲੇ ਈਚ EMPLOYEE ਦੀ ਸੈਲਰੀ ਦੀ ਰੇਸ਼ੋ ਕਿੰਨੀ ਆ ਗਈ 2:3। दैट मीन ਪਹਿਲਾਂ 2 ਸੀ ਤੇ ਹੁਣ ਕਿੰਨੀ ਹੋ ਗਈ ਹੈ 3। ਫਿਰ ਕਹਿੰਦੇ ਨੰਬਰ ਆਫ EMPLOYEES ਰਿਡਿਊਸ ਬਾਈ 20%। ਹੁਣ ਜਿਹੜੇ ਨੰਬਰ ਆਫ EMPLOYEES ਹੈ ਉਹ ਕੀ ਕਹਿੰਦੇ ਰਿਡਿਊਸ ਹੋਏ ਆ, ਤਾਂ ਰਿਡਿਊਸ ਹੋਏ दैट मीन ਪਹਿਲਾਂ 100 ਸੀ ਤਾਂ 20% ਘਟਿਆ, दैट मीन 100 ਚੋਂ 20 ਘਟ ਗਏ, दैट मीन 80 ਰਹਿ ਗਏ। ठीक है, तो रेशो कितनी आ गई 5:4। ओके, दैट मींस पहला कितने सी 100 सी हुण 80 हो गए, तो 5:4। कहते फाइंड द इनिशियल एक्सपेंडिचर ऑन सैलरी, जे कंपनी पहला स्पेंड कर रही थी 40%, सॉरी कंपनी स्पेंड 40,000 मोर, दैट मींस हुण कंपनी दा खर्चा हो रहा 40,000 ज्यादा हो रहा है। ठीक है, तो हुण आपां नूं जे खर्चा कढना है, तो पहला खर्चे दी रेशो भी कढनी पैनी है, तो टोटल जिहड़ा सैलरी देनी पैनी है ਉਹਦੀ ਜਿਹੜਾ ਐਕਸਪੈਂਡੀਚਰ ਦੀ ਰੇਸ਼ੋ ਕੀ ਹੋਊਗੀ, ਈਚ ਦਾ ਕਿੰਨਾ ਸੀ 2 ਗੁਣਾ ਨੰਬਰ ਆਫ EMPLOYEES ਕਿੰਨੇ ਆ 5, ਤਾਂ 5 दूनी 10। ठीक है, ਈਚ ਦਾ ਸ਼ੇਅਰ ਕਿੰਨਾ 3, ਨੰਬਰ ਆਫ EMPLOYEES ਕਿੰਨਾ 4 ਹੈ, ਤੇ 4 ਸੀ 12, ਪਹਿਲਾਂ ਇੰਨੇ ਸੀ ਹੁਣ ਇੰਨੇ ਆ, ਕੱਟ ਦੋ। ठीक है, 2 ਦੇ ਟੇਬਲ ਤੇ 5 ਤੇ 2 ਦੇ ਟੇਬਲ ਆਪਣੇ ਕੋਲੇ ਕਿਹਦੀ ਰੇਸ਼ੋ ਆ ਗਈ ਟੋਟਲ ਐਕਸਪੈਂਡੀਚਰ ਦੀ। ਹੁਣ ਆਪਾਂ ਨੂੰ ਕੀ ਦੱਸਿਆ, ਕਹਿੰਦੇ ਇਸ ਹਿਸਾਬ ਨਾਲ ਕਰਨ ਨਾਲ ਕੰਪਨੀ 40,000 ਜ਼ਿਆਦਾ ਖਰਚਾ ਕਰ ਰਹੀ ਹੈ, 40,000 ਕੀ ਕਰ ਰਹੀ ਹੈ ਜ਼ਿਆਦਾ ਐਕਸਪੈਂਡੀਚਰ ਕਰ ਰਹੀ ਹੈ। ਤਾਂ ਹੁਣ ਕੰਪਨੀ ਪਹਿਲਾਂ 5 ਐਕਸਪੈਂਡੀਚਰ ਕਰ ਰਹੀ ਸੀ, ਹੁਣ ਕਿੰਨਾ ਕਰ ਰਹੀ ਹੈ 6। ਕਿੰਨਾ ਵਧਿਆ ਰੇਸ਼ੋ ਦੇ ਵਿੱਚ 1, ਰੇਸ਼ੋ ਦੇ ਵਿੱਚ 1 ਹੀ ਵਧਿਆ ਨਾ, ਤਾਂ 1 ਬਰਾਬਰ ਕਿੰਨਾ ਹੈ 1 ਬਰਾਬਰ ਹੈਗਾ 40,000। ठीक है, 1 ਬਰਾਬਰ 40,000। ਕਹਿੰਦੇ ਫਾਈਂਡ ਦਾ ਇਨੀਸ਼ੀਅਲ ਐਕਸਪੈਂਡੀਚਰ ਔਨ ਸੈਲਰੀ, ਆਪਾਂ ਕੀ ਕੱਢਣਾ ਇਨੀਸ਼ੀਅਲ ਐਕਸਪੈਂਡੀਚਰ, ਵੀ ਪਹਿਲਾਂ ਆਪਣਾ ਕਿੰਨਾ ਐਕਸਪੈਂਡੀਚਰ ਹੋ ਰਿਹਾ ਸੀ ਸੈਲਰੀ ਦੇ ਉੱਤੇ ਉਹ ਕੱਢਣਾ ਆਪਾਂ। ਤਾਂ ਇਨੀਸ਼ੀਅਲ ਐਕਸਪੈਂਡੀਚਰ ਕਿੰਨਾ ਸੀ 5। ठीक है, तो 5 बराबर कितना 40,000 डिवाइडेड बाय, ठीक है 1 आ गया इंटू 5, दैट मींस 1 बराबर ਆਪਾਂ ਨੂੰ ਕਿੰਨਾ ਵਧਿਆ 1 ਵਧਿਆ, ਉਹ ਬਰਾਬਰ ਕਿੰਨਾ ਦੇ ਰੱਖਿਆ 40,000। ਕਹਿੰਦੇ ਇਨੀਸ਼ੀਅਲ ਐਕਸਪੈਂਡੀਚਰ ਕਿੰਨਾ ਸੀ 5, ਤਾਂ 5 ਬਰਾਬਰ ਕਿੰਨਾ ਹੋਊਗਾ 5 ਚੌਕੇ 20 ਤੇ ਪਿੱਛੇ 1 2 3 4। ठीक है, ਤਾਂ 2 ਲੱਖ ਰੁਪਏ ਪਹਿਲਾਂ ਖਰਚਾ।
ठीक है। तो आप जिन्ने टाइप के क्वेश्चन से ये सारे कर लिए। ठीक है, हुण ये थोड़ा डिफरेंट कंसैप्ट जिहड़ा अगे करवावांगे वो देखो, ध्यान नाल देखो, इंपॉर्टेंट क्वेश्चन। ठीक है, तो बहुत अच्छा क्वेश्चन है, थोड़ा जा ट्रिकी थोड़ा लग सकता है, बट आप लगन की कोशिश करेंगे थोड़ा ना लगे। ठीक है, आप सिंपल तो सिंपल वे नाल समझावांगे। हुण देखो, कहते 1 साल पहला 1 ईयर अगो रेशियो ऑफ इनकम ऑफ ए एंड बी वाज 9:8। ठीक है, कहते 1 साल पहला ए ते बी की जिहड़ी रेशियो सी वो कितनी सी, 9:8। ठीक है, ये 1 साल पहला दी है, ए की सैलरी 1 साल पहला इन्नी सी ते बी की सैलरी 1 साल पहला इन्नी सी। बोले रेशियो ऑफ इनकम ऑफ ए ऑफ बी ऑफ द लास्ट ईयर एंड प्रेजेंट ईयर। लास्ट ईयर मतलब पिछला, लास्ट मतलब पिछला, तो पिछले साल ते प्रेजेंट ईयर दी रेशियो ए ते बी दी अड अड है। हुण आ ए दी है, दैट मींस ए दी पिछले साल इन्नी सी, ठीक है, ते हुण इन्नी होगी। बी दी पिछले साल इन्नी सी ते हुण इन्नी होगी। ओके स्टूडेंट्स, हुण आपां इहनूं की करना है, सॉल्व करना है, ते आपां नूं की कड्ढण नूं किहा है। ठीक है, बोले द टोटल प्रेजेंट इनकम ऑफ ए एंड बी टुगेदर। हुण कहंदे ए ते बी दी प्रेजेंट इनकम की है, ए ते बी दी प्रेजेंट इनकम कितनी है, 60,000 रुपए है। ए ते बी दी प्रेजेंट इनकम 60,000 रुपए है। हुण देखो आपां नूं ए ते बी दी टुगेदर कंबाइंड देती प्रेजेंट, बट अपने कोले हुण रेशियो कीदी है, या तो अपने कोले पुराने साल दी है, ठीक है, या अपने कोले की है, ठीक है, या तो अपने कोले पुराने साल दी है, या अपने कोले जिहड़ी रेशियो हैगी वो कीदी है, लास्ट ते प्रेजेंट दी। कल्ले प्रेजेंट दी तो अपने कोले कोई रेशियो नहीं हैगी, दैट मींस आपां नूं की कढनी पैनी है, प्रेजेंट दी पहला रेशियो कढनी पैनी है भी प्रेजेंट चों दोनों दी सैलरी दी कंबाइंड रेशियो है की। ठीक है, तो हुण देखो किवें कढांगे। ਇਹਨੂੰ ਕਰਨ ਲਈ ਇੱਕ ਵੱਡਾ ਮੈਥਡ ਵੀ ਹੈ ਜਿਹੜਾ ਆਪਾਂ x ਲਾ ਕੇ ਕਰ ਸਕਦੇ ਹਾਂ, ਇਹਨੂੰ a ਮੰਨ ਲਿਆ, ਇਹਨੂੰ b ਮੰਨ ਲਿਆ, ਬਟ ਬਹੁਤ ਲੰਬਾ ਚਲਾ ਜਾਊਗਾ। ਠੀਕ ਹੈ, ਤਾਂ ਆਪਾਂ ਸਿੰਪਲ ਜਿਹਾ ਕੀ ਕਰਨਾ ਹੈ, ਸਭ ਤੋਂ ਪਹਿਲਾਂ ਆਪਾਂ ਕੀ ਕਰਨੀ ਹੈ, ਆ ਲਿਖਣੀ ਹੈ 1 ਈਅਰ, ਠੀਕ ਹੈ, ਅਗੋ। ਹੁਣ 1 ਸਾਲ ਪਹਿਲਾਂ a ਤੇ b ਦੀ ਕਿੰਨੀ ਸੀ, 9:8। a ਤੇ b ਦੀ ਹੈ, ਠੀਕ ਹੈ, ਆਪਾਂ ਇਹਨੂੰ ਲਾਸਟ ਲਿਖ ਸਕਦੇ, ਲਾਸਟ ਮਤਲਬ ਪਿਛਲੀ, ਤਾਂ ਲਾਸਟ a ਤੇ b ਦੀ ਰੇਸ਼ੋ ਕਿੰਨੀ ਸੀ, 9:8। ਠੀਕ ਹੈ, ਹੁਣ ਕਹਿੰਦੇ ਰੇਸ਼ੋ ਆਫ ਇਨਕਮ ਆਫ A ਐਂਡ B ਆਫ ਲਾਸਟ ਈਅਰ ਐਂਡ ਪ੍ਰੈਜ਼ੈਂਟ ਈਅਰ, दैट मींस A ਦੀ, ਠੀਕ ਹੈ, ਰੇਸ਼ੋ ਕਿਹੜੀ ਹੈ ਇਹ, ਲਾਸਟ ਤੇ ਰੇਸ਼ੋ ਪ੍ਰੈਜ਼ੈਂਟ, दैट मींस ਰੇਸ਼ੋ ਆਪਾਂ ਨੂੰ ਕਿਹਦੀ ਦੇ ਰੱਖੀ ਹੈ ਵੀ ਪਿਛਲੇ ਸਾਲ ਤੇ ਹੁਣ ਦੀ ਸੈਲਰੀ ਦੀ ਉਹਦੀ ਰੇਸ਼ੋ ਕਿੰਨੀ ਹੈ, ਤਾਂ A ਦੀ ਕਿੰਨੀ ਹੈ, 3:2, दैट मींस A ਦੀ ਪਿਛਲੇ ਸਾਲ 3 ਸੀ ਤੇ ਹੁਣ ਕਿੰਨੀ ਹੋਗੀ, 2 ਹੋਗੀ। ठीक है, ए ते बी दी नहीं, कल्ले ए दी है, भी ए दी पिछले साल इन्नी सी ते हुण प्रेजेंट इन्नी हो। ठीक है, ऐ बी दी दित्ती हुई है, बी दी की देती भी पहला 2 सी ते हुण किन्नी होगी, 3 होगी। ठीक है, ये दित्ता पहला आपां नूं लास्ट ईयर दी देती भी ए ते बी दी इन्नी सी पिछले साल आपस च रेशो, फिर ए बी ते बी दी अड अड देती भी लास्ट ते प्रेजेंट दी रेशो किन्नी है, भी ए दी पिछले साल 3 सी ते हुण 2 है, बी दी पिछले साल 2 सी ते हुण 3 है। ओके स्टूडेंट्स, ਇੱਥੋਂ ਤੱਕ ਮੇਰੇ ਹਿਸਾਬ ਨਾਲ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਹੁਣ ਕੀ ਹੈ, ਕਹਿੰਦੇ ਪ੍ਰੈਜ਼ੈਂਟ ਆਪਾਂ ਨੂੰ ਟੁਗੇਦਰ ਦੇਤੀ, ਤਾਂ ਆਪਾਂ ਪ੍ਰੈਜ਼ੈਂਟ ਦੀ ਰੇਸ਼ੋ ਕਿਵੇਂ ਕੱਢਾਂਗੇ। ਹੁਣ ਦੇਖੋ ਆਪਾਂ ਕੱਢਣੀ ਕਿਵੇਂ, ਇਹਨਾਂ ਨਾਲ ਹੀ ਕੱਢਣੀ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਆ ਦੋ ਰੇਸ਼ੋਜ਼ ਨੂੰ ਆਪਸ ਵਿੱਚ ਕੰਪੇਅਰ ਕਰਾਂਗੇ। ਕੀ ਕਰਾਂਗੇ, ਦੋ ਰੇਸ਼ੋਜ਼ ਨੂੰ ਕੰਪੇਅਰ ਕਰਾਂਗੇ। ਹੁਣ ਕਹਿੰਦੇ ਲਾਸਟ ਈਅਰ A ਦੀ ਰੇਸ਼ੋ ਕਿੰਨੀ ਸੀ, 3। ਠੀਕ ਹੈ, ਉਹ ਐਸ ਦੇ ਵਿੱਚ ਕਿੰਨੀ ਹੈ, 2 9। ਠੀਕ ਹੈ, ਕੀ ਹੈ, ਲਾਸਟ ਨੂੰ ਐਚ ਆਪਾਂ ਨੂੰ ਲਾਸਟ ਦੇ ਰੱਖੀ ਨਾ A ਤੇ B ਦੀ। ਠੀਕ ਹੈ, ਤਾਂ A ਦੀ ਜਿਹੜੀ ਲਾਸਟ ਈਅਰ ਸੀ 3 ਸੀ, ਠੀਕ ਹੈ, ਉਹ ਇਹਦੇ ਵਿੱਚ ਕਿੰਨੀ ਹੈ, ਲਾਸਟ 9, ਤਾਂ 3 ਬਰਾਬਰ ਕਿੰਨਾ ਹੈ, 9। ਠੀਕ ਹੈ, ਤਾਂ ਕਹਿੰਦੇ ਹੁਣ ਪ੍ਰੈਜ਼ੈਂਟ A ਦੀ ਕਿੰਨੀ ਹੈ, 2, ਤਾਂ 2 ਬਰਾਬਰ ਕਿੰਨੀ ਹੋਊਗੀ, 9/3 ਗੁਣਾ 2 ਕਿੰਨੀ ਹੈਗੀ, 6। ਕੀ ਕੀਤਾ ਬੱਚਿਓ, ਆਪਾਂ ਲਾਸਟ ਤੇ ਪ੍ਰੈਜ਼ੈਂਟ ਦੀ ਆਪਾਂ ਦੇ ਰੱਖੀ ਸੀ, ਹੁਣ ਲਾਸਟ ਨੂੰ ਬਰਾਬਰ ਰੱਖ ਲਿਆ ਵੀ A ਦੀ ਜਿਹੜੀ ਲਾਸਟ ਹੈ ਉਹ ਬਰਾਬਰ ਕਿੰਨੀ ਸੀ, 9 ਸੀ, ਤਾਂ A ਦੀ ਪ੍ਰੈਜ਼ੈਂਟ 2 ਬਰਾਬਰ ਕਿੰਨੀ ਹੋਊਗੀ, 6। ਠੀਕ ਹੈ, ਐਂ B ਦੀ ਆਪਾਂ ਦੇਖੀਏ, B ਦੀ ਲਾਸਟ ਬਰਾਬਰ ਕਿੰਨੀ ਹੈ, 2 ਹੈ, ਉਹ ਐਸ ਚ ਲਾਸਟ ਕਿੰਨੀ ਹੈ, 8 ਹੈ। ਠੀਕ ਹੈ, ਲਾਸਟ ਦੀ ਰੇਸ਼ੋ ਹੈ ਨਾ ਆਪਣੇ ਮਤਲਬ ਪਿਛਲੇ ਦੀ, ਤਾਂ ਪਿਛਲੀ ਐਚ ਕਿੰਨੀ ਹੈ, 2 ਹੈ, ਉਹ ਬਰਾਬਰ ਕਿੰਨੀ ਆ ਗਈ, 8 ਆ ਗਈ। ਠੀਕ ਹੈ, ਤੇ ਪ੍ਰੈਜ਼ੈਂਟ B ਦੀ ਕਿੰਨੀ ਹੈ, 3 ਹੈ, ਤੇ 3 ਬਰਾਬਰ ਕਿੰਨੀ ਆ ਗਈ, 8/2 ਗੁਣਾ 3 ਤੇ ਕਿੰਨੀ ਆ ਗਈ, 12। ਇਹ ਆਪਣੇ ਕੋਲੇ ਕੀ ਆ ਗਈ, ਪ੍ਰੈਜ਼ੈਂਟ, ਆ A ਦੀ ਪ੍ਰੈਜ਼ੈਂਟ ਹੈ, ਦਿਸ ਇਜ਼ ਆਫ A,
एंड दिस इज ऑफ बी। ओके स्टूडेंट्स, बहुत अच्छे लेवल का क्वेश्चन है, ठीक है। कई इंस्टीट्यूट वाले तो इस क्वेश्चन कराते ही नहीं, इस टाइप के क्वेश्चन भी छड़ बच्चे एवं की होंगे ਆਪਾਂ ਵੀ ਬੱਚੇ ਕਿਤੇ ਭੱਜ ਨਾ ਜਾਣ, ਨਹੀਂ ਪੇਪਰ 'ਚ ਇਹੋ ਜਿਹੇ ਕੁਐਸਚਨ ਆਉਂਦੇ ਆ, ਫਿਰ ਆਪਾਂ ਸੋਚਦੇ ਆ ਵੀ ਆਪਾਂ ਨੂੰ ਕਰਾਏ ਤਾਂ ਸੌਖੇ ਸੌਖੇ ਸੀ ਯਾਰ, ਆ ਕੀ ਹੈ, ਠੀਕ ਹੈ। ਤਾਂ ਤੁਹਾਨੂੰ ਹੁਣ ਇਹ ਵੀ ਕੋਈ ਔਖਾ ਨਹੀਂ ਹੈਗਾ, ਬਸ ਸਿਰਫ ਥੋੜੇ ਬੱਚੇ ਨਾ ਦੇਖ ਕੇ ਉਹ ਹੋ ਜਾਂਦੇ ਘਬਰਾ ਜਾਂਦੇ। ਤਾਂ ਇਹਦੇ ਵਿੱਚ ਕੀ ਹੈ, ਕੁਝ ਨਹੀਂ ਹੈ, ਉਹੀ ਸੇਮ ਕਨਸੈਪਟ ਜਿਹੜਾ ਹੁਣ ਤੱਕ ਆਪਾਂ ਲਾਉਂਦੇ ਆ ਰਹੇ ਉਹੀ ਆਪਾਂ ਇਹਦੇ ਵਿੱਚ ਲਾਣਾ ਹੈ। ਤਾਂ ਹੁਣ ਦੇਖੋ ਆਪਣੇ ਕੋਲੇ ਪ੍ਰੈਜ਼ੈਂਟ ਆ ਗਈ A ਦੀ ਇੰਨੀ ਹੈ ਤੇ B ਦੀ ਇੰਨੀ, ਠੀਕ ਹੈ। ਹੁਣ ਦੇਖੋ A ਤੇ B ਦੀ, A ਦੀ ਪ੍ਰੈਜ਼ੈਂਟ ਕਿੰਨੀ ਹੈ 6, B ਦੀ ਪ੍ਰੈਜ਼ੈਂਟ ਕਿੰਨੀ ਹੈ 12। ਤਾਂ ਆਪਣੇ ਕੋਲੇ ਕੀ ਆ ਗਿਆ 1:2। ਹੁਣ 1:2 ਦੀ ਕੀ ਆ ਗਈ 1:2 ਆਪਣੀ ਪ੍ਰੈਜ਼ੈਂਟ ਆ ਗਈ। ਪ੍ਰੈਜ਼ੈਂਟ ਮਤਲਬ ਜਿਹੜੀ ਹੁਣ ਸੈਲਰੀ ਹੈ A ਤੇ B ਦੀ, ਠੀਕ ਹੈ। ਹੁਣ ਆਪਣੇ ਕੋਲੇ ਦੇ ਰੱਖੀ ਹੈ ਇਨਕਮ ਕਿੰਨੀ ਹੈ 60,000। ਹੁਣ ਕਹਿੰਦੇ A ਤੇ B ਦੀ ਕੰਬਾਈਨਡ ਕਿੰਨੀ ਹੈ 60,000। ਹੁਣ ਆਪਣੇ ਕੋਲੇ ਰੇਸ਼ੋ ਆ ਗਈ, ਹੁਣ ਤਾਂ ਕੁਝ ਵੀ ਨਹੀਂ ਰਿਹਾ ਵੀ ਆ ਟੋਟਲ ਹੈ ਚ ਰੇਸ਼ੋ ਚ ਕਿੰਨਾ 3, ਇਹ ਬਰਾਬਰ ਕਿਹਦੇ ਦੇ ਰੱਖਿਆ ਆਪਾਂ ਨੂੰ 60,000 ਦੇ, ਠੀਕ ਹੈ। ਤਾਂ 3 ਬਰਾਬਰ 60,000 ਕਹਿੰਦੇ ਪ੍ਰੈਜ਼ੈਂਟ ਇਨਕਮ ਆਫ A ਐਂਡ B। ਮੈਂ ਤੁਹਾਨੂੰ A ਦੀ ਕੱਢ ਕੇ ਦਿਖਾਉਣਾ, ਤਾਂ A ਦੀ ਕਿੰਨੀ 1 ਬਰਾਬਰ ਕਿੰਨਾ ਹੋਊਗਾ 60,000 ਡਿਵਾਈਡਡ ਬਾਈ 3 ਗੁਣਾ 1। दैट मीन्स E ਦੀ ਇਨਕਮ ਕਿੰਨੀ ਆ ਗਈ ਆਪਣੇ ਕੋਲੇ ਰੁਪੀਸ 20,000, ਠੀਕ ਹੈ ਸਟੂਡੈਂਟਸ। ਤਾਂ ਕੀ ਕੀਤਾ ਆਪਾਂ ਲਾਸਟ ਵਾਲੇ ਨੂੰ ਲਾਸਟ ਨਾਲ ਕੰਪੇਅਰ ਕਰਕੇ ਪ੍ਰੈਜ਼ੈਂਟ ਕੱਢ ਲਈ ਸੀ, ਠੀਕ ਹੈ। ਤਾਂ ਉਸ ਤੋਂ ਬਾਅਦ ਜਿਹੜੀ ਆਪਣੀ ਪ੍ਰੈਜ਼ੈਂਟ ਦੀ ਰੇਸ਼ੋ ਆ ਗਈ ਉਹ ਤੋਂ ਆਪਾਂ ਕੀ ਕੱਢ ਲਈ, ਸੈਲਰੀ ਕੱਢ ਲਈ। ਐਂ ਆਪਾਂ B ਦੀ ਕੱਢਣਾ ਹੈ, B ਦੀ ਵੈਲਿਊ ਕਿੰਨੀ ਆਊਗੀ, ਠੀਕ ਹੈ। ਹੁਣ ਦੇਖੋ ਉਹੀ ਜਿਹੜਾ ਆਪਾਂ ਪਿਛਲਾ ਕੁਐਸਚਨ ਦਿੱਤਾ ਉਹ ਚ ਕੀ ਦਿੱਤਾ ਸੀ 1 ਈਅਰ ਅਗੋ, ਹੁਣ ਇਹ ਚੱਲਣਾ ਇਹਦਾ 3 ਇਅਰਸ ਅਗੋ, ਕੀ ਦਿੱਤਾ 3 ਇਅਰਸ ਅਗੋ। ਹੁਣ ਆਪਾਂ ਕੁਝ ਚੇਂਜ ਕਰਾਂਗੇ ਇਹਦੇ ਵਿੱਚ, ਨਹੀਂ। ਇੱਥੇ ਚਾਹੇ 3 ਇਅਰਸ 4 ਇਅਰ ਚਾਹੇ 100 ਸਾਲ ਦਿੱਤਾ ਹੋਵੇ, ਆਪਾਂ ਜਿਹੜਾ ਕਨਸੈਪਟ ਹੈ ਜਿਹੜਾ ਆਪਣਾ ਮੈਥਡ ਹੈ ਉਹ ਸੇਮ ਹੀ ਰਹੂਗਾ ਜਿਹੜਾ ਆਪਾਂ 1 ਈਅਰ ਜਾਂ 2 ਈਅਰ ਲਈ ਜੋ ਵੀ ਪਿੱਛੇ ਦਾ। ਹੁਣ ਦੇਖੋ ਆਪਾਂ ਨੂੰ ਕੀ ਕਹਿੰਦੇ 3 ਇਅਰਸ ਅਗੋ ਇਨਕਮ ਆਫ A ਐਂਡ B ਵਾਸ 6:5। ਦੈਟ ਮੀਨਸ ਜਿਹੜੀ ਲਾਸਟ ਹੈ, ਜਿਵੇਂ ਆਪਾਂ ਲਾਸਟ ਆਪਾਂ ਲਿਖਣਾ ਉਵੇਂ ਹੈ ਲਾਸਟ, ਤੇ ਲਾਸਟ ਜਿਹੜੀ A ਤੇ B ਦੀ ਸੀ ਉਹ ਕਿੰਨੀ ਹੈ 6:5 ਹੈ। ਇਨਕਮ ਆਫ A increase in the ratio 2:3। that means ਜਿਹੜੀ A ਦੀ ਇਨਕਮ ਹੈ ਉਹ 2:3 ਚ ਇੰਕਰੀਜ਼ ਹੋਗੀ। that means ਜਿਹੜੀ A ਦੀ ਪਹਿਲਾਂ 2 ਸੀ ਇਨਕਮ, ਹੁਣ ਕਿੰਨੀ ਹੋਗੀ 3, ਤੇ ਐਂ B ਦੀ ਕਿੰਨੀ ਹੋਗੀ 5:4 ਚ ਡਿਕਰੀਜ਼ ਹੋਗੀ, ਠੀਕ ਹੈ। B ਇਨਕਮ ਆਫ B ਡਿਕਰੀਜ਼ ਇਨ ਦਾ ਰੇਸ਼ੋ 5:4, ਪਹਿਲਾਂ 5 ਸੀ ਹੁਣ ਕਿੰਨੀ ਹੋਗੀ 4, ਠੀਕ ਹੈ। ਤਾਂ ਉਹੀ ਆਪਣੇ ਕੋਲੇ ਲਾਸਟ ਤੇ ਪ੍ਰੈਜ਼ੈਂਟ ਦੀ ਰੇਸ਼ੋ ਆ ਗਈ ਨਾ, ਵੀ ਪਹਿਲਾਂ ਇੰਨੀ ਸੀ ਹੁਣ ਇੰਨੀ, ਇਹਦਾ ਮਤਲਬ ਉਹੀ ਹੈ। ਹੁਣ ਇੱਥੇ A ਦੀ ਕੰਪੇਅਰ ਕਰਾਂਗੇ, 2 ਬਰਾਬਰ ਕਿੰਨਾ 6, ਤੇ 2 ਬਰਾਬਰ ਕਿੰਨਾ 6, ਇਹਦੇ ਨਾਲ ਲਾਸਟ ਵਾਲੇ ਨਾਲ ਕੰਪੇਅਰ ਕਰ ਲਿਆ ਤਾਂ ਇਹਦੀ ਪ੍ਰੈਜ਼ੈਂਟ 3 ਬਰਾਬਰ ਕਿੰਨੀ ਹੋਊਗੀ 6/2 ਗੁਣਾ 3, ਤਾਂ ਕਿੰਨੀ ਆ ਗਈ 3 ਤੇ 9, ਠੀਕ ਹੈ। ਆ ਕਿਹਦੀ ਆ ਗਈ A ਦੀ। ਹੁਣ ਕੀ ਹੈ B ਦੀ, B ਦੀ ਲਾਸਟ ਕਿੰਨੀ ਸੀ 5, ਤਾਂ 5 ਬਰਾਬਰ ਕਿੰਨਾ ਹੈ 5 ਹੈ, ਤਾਂ ਇਹਦੀ ਪ੍ਰੈਜ਼ੈਂਟ 4 ਬਰਾਬਰ ਕਿੰਨੀ ਹੋਊਗੀ 5/5 ਗੁਣਾ 4, ਆ ਕੱਟਿਆ ਗਿਆ ਤਾਂ ਆਨਸਰ ਕਿੰਨਾ ਆ ਗਿਆ 4, ਠੀਕ ਹੈ। ਆ ਗਈ B ਦੀ, ਠੀਕ ਹੈ। ਹੁਣ ਕੀ ਕਰਨਾ, ਕੁਝ ਨਹੀਂ ਕਰਨਾ, ਆਪਣੀ ਕੋਲੇ A ਦੀ ਵੈਲਿਊ ਆ ਚੁੱਕੀ ਹੈ, ਪ੍ਰੈਜ਼ੈਂਟ ਦੀ B ਦੀ ਆ ਚੁੱਕੀ ਹੈ, ਤਾਂ ਆਪਾਂ ਕੀ ਕੱਢਾਂਗੇ ਸਿੱਧਾ ਪ੍ਰੈਜ਼ੈਂਟ ਦੀ ਰੇਸ਼ੋ। A ਦਾ ਕਿੰਨਾ ਹੈ 9, B ਦਾ ਕਿੰਨਾ 4, ਤਾਂ ਆਪਣੇ ਕੋਲੇ ਕੀ ਆ ਗਈ ਪ੍ਰੈਜ਼ੈਂਟ ਰੇਸ਼ੋ ਕਿਹਦੀ A ਤੇ B ਦੀ। ਹੁਣ ਕਹਿੰਦੇ ਇਫ ਦ ਟੋਟਲ ਪ੍ਰੈਜ਼ੈਂਟ ਇਨਕਮ ਆਫ A ਐਂਡ B ਟੁਗੇਦਰ ਇਜ਼ 52,000। ਹੁਣ A ਤੇ B ਦੀ ਟੋਟਲ ਇਨਕਮ ਕਿੰਨੀ ਹੈ 52,000 ਰੁਪਏ, ਠੀਕ ਹੈ। A ਤੇ B ਦੀ ਕਿੰਨੀ ਹੈ 52,000 ਰੁਪਏ, ਤਾਂ ਕਿੰਨਾ ਹੈ ਇੱਥੇ ਟੋਟਲ ਕਿੰਨੀ ਹੈ 9 ਤੇ 4 13, ਠੀਕ ਹੈ। ਇਹ ਬਰਾਬਰ ਕਿੰਨਾ ਦੇਤਾ ਆਪਾਂ ਨੂੰ 52,000 ਰੁਪਏ। ਕਹਿੰਦੇ ਫਾਈਂਡ 올ਡ ਐਂਡ ਨਿਊ ਇਨਕਮ ਆਫ A। ਆਪਾਂ ਨੂੰ ਕੀ ਕਹਤਾ ਪੁਰਾਣੀ ਤੇ ਨਵੀਂ ਇਨਕਮ ਕੱਢੋ A ਦੀ। ਪਿੱਛੇ ਦਿੱਤਾ ਸੀ ਆਪਾਂ ਨੂੰ ਸਿੱਧਾ ਕਿਹਾ ਸੀ ਵੀ ਇਨਕਮ ਕੱਢੋ, ਪ੍ਰੈਜ਼ੈਂਟ ਇਨਕਮ ਕੀ ਹੈ A ਤੇ B। ਹੁਣ ਕਹਿੰਦੇ ਨਵੀਂ ਤਾਂ ਕੱਢਣੀ ਹੈ, ਨਾਲ ਆਪਾਂ ਪੁਰਾਣੀ ਵੀ ਕੱਢਣੀ ਹੈ, ਠੀਕ ਹੈ। ਤਾਂ ਪਹਿਲਾਂ ਤੁਹਾਨੂੰ ਮੈਂ ਨਵੀਂ ਕੱਢ ਕੇ ਦਿਖਾਣਾ, ਫਿਰ ਉਸ ਤੋਂ ਮੈਂ ਤੁਹਾਨੂੰ ਦੱਸੂਗਾ ਵੀ ਪੁਰਾਣੀ ਕਿਵੇਂ ਕੱਢਾਂਗੇ, ਠੀਕ ਹੈ। ਤਾਂ 13 ਬਰਾਬਰ 52,000, ਤਾਂ A ਦੀ ਪ੍ਰੈਜ਼ੈਂਟ ਕਿੰਨੀ ਹੈ 9, ਠੀਕ ਹੈ। A ਦੀ ਪ੍ਰੈਜ਼ੈਂਟ ਕਿੰਨੀ ਹੈ 9, ਤਾਂ 9 ਬਰਾਬਰ ਕਿੰਨਾ ਹੋਊਗਾ 52,000 ਡਿਵਾਈਡਡ ਬਾਈ 13 ਗੁਣਾ 9, ਠੀਕ ਹੈ। ਤਾਂ ਹੁਣ ਕਿੰਨਾ 13 ਚੌਕ 52, ਤਾਂ A ਦੀ ਸੈਲਰੀ ਕਿੰਨੀ ਆ ਗਈ ਰੁਪਏ 36,000 ਰੁਪਏ। समझ आया? तो की है A दी प्रेजेंट आ गई, ये प्रेजेंट है की है प्रेजेंट सैलरी की A दी, तो A दी प्रेजेंट सैलरी कितनी है 36,000 रुपए। हुण आपां ओल्ड किवें कढांगे, तो एक बार तुसीं इन्ना याद रखो, ठीक है। A दी प्रेजेंट कितनी आ गई 36,000,
ਹੁਣ ਆਪਾਂ ਕੀ ਕੱਢਣੀ ਹੈ, ए ਦੀ ओल्ड, ठीक है। प्रेजेंट कितनी है, ए ਦੀ 36000 रुपये ਆਪਾਂ ਕੱਢ ਚੁੱਕੇ ਹਾਂ, ठीक है। ਹੁਣ ਆਪਾਂ ए ਦੀ ओल्ड ਕੱਢਣੀ ਹੈ ਤਾਂ ਆਪਾਂ ਨੂੰ ए ਦੀ ओल्ड ਤੇ ए ਦੀ ਨਵੀਂ ਇਨਕਮ ਦੀ ਰੇਸ਼ੋ ਪਤਾ ਹੋਣੀ ਚਾਹੀਦੀ ਹੈ, ਤਾਂ ਉਹ ਪਤਾ ਹੀ ਹੈ ਬਈ ਉਹ ਕੀ ਆ ਸੀ, ठीक है। 2:3 ए ਦੀ ਆ ਤੁਹਾਡੀ ਪ੍ਰੈਜ਼ੈਂਟ ਹੈ ਤਾਂ 3 ਬਰਾਬਰ ਕਿੰਨਾ 36000 रुपये, ਤਾਂ ਆਪਣੀ ਪੁਰਾਣੀ ਇਨਕਮ 2 ਬਰਾਬਰ ਕਿੰਨਾ ਆ ਜਾਊਗਾ 36000 डिवाइडेड बाय 3 गुणा 2, तो कितना आ गया 24000। ਤਾਂ 24000 ਆਪਣੇ ਕੋਲੇ ਕੀ ਆ ਗਿਆ, 올ਡ ਇਨਕਮ ਆਫ ए, ਠੀਕ ਹੈ। ਤਾਂ ਹੁਣ ਤੁਹਾਨੂੰ ਕਨਸੈਪਟ ਪਤਾ ਲੱਗ ਗਿਆ ਵੀ ਕਿਵੇਂ ਆਪਾਂ 올ਡ ਇਨਕਮ ਕੱਢਣੀ ਹੈ ਤੇ ਕਿਵੇਂ ਆਪਾਂ ਨਿਊ ਇਨਕਮ ਕੱਢਣੀ ਹੈ। ਹੁਣ ਇਹ ਸਿਰਫ ਇਨਕਮ ਦੇ ਬੇਸ ਤੇ ਨਹੀਂ ਆਣਗੇ, ਇਹੋ ਜਿਹੇ ਕੁਐਸਚਨ ਜੀ ਆ ਸਕਦੇ ਆ ਤੇ ਕੁਝ ਵੀ ਦੇ ਸਕਦੇ, ਜਿਵੇਂ ਹੁਣ ਇਸ ਕੁਐਸਚਨ ਦੇ ਵਿੱਚ ਕੀ ਹੈ, ਕਹਿੰਦੇ 2 ईयर ago the ratio of production of toys, ਵੀ ਕੀ ਇੱਕ ਕੰਪਨੀ ਹੈ ਖਿਡੌਣੇ ਬਣਾ ਰਹੀ ਹੈ, ਉਹਦੀ ਪ੍ਰੋਡਕਸ਼ਨ ਦੀ ਰੇਸ਼ੋ ਕਿੰਨੀ ਹੈ 9:8, ਠੀਕ ਹੈ। ਵੀ ਪਿਛਲੇ ਸਾਲ ਵੀ ਲਾਸਟ ਕੁਝ ਵੀ ਦੇ ਦੇ, ਆਪਾਂ ਲਾਸਟ ਦੇਖਣਾ ਹੈ, ਲਾਸਟ ਮੰਨ ਲਓ A ਤੇ B, ਜਾਂ A B ਰਹਿਣ ਦੋ, ਠੀਕ ਹੈ। ਲਾਸਟ ਦੀ ਸਿੱਧਾ ਦੇਖੋ ਵੀ ਕਿੰਨੀ ਹੈ 9:8, ठीक है। ए कंपनी कितनी बना रही है 9, बी कितनी बना रही है 8, ठीक है। ये पिछले साल बना रही थी। हुण की है द प्रोडक्शन ऑफ कंपनी ए एंड बी इंक्रीज इन द रेशियो रिस्पेक्टिवली इन्ना इन्ना, रिस्पेक्टिवली ਦਾ ਮਤਲਬ ਵੀ ਜਿਹੜਾ ਪਹਿਲਾ ਇੱਥੇ A ਦੇ ਰੱਖਿਆ ਉਹਦੀ ਇੰਨੀ ਇੰਕਰੀਜ਼ ਹੋਈ ਹੈ, ਜਿਹੜਾ B ਦੇ ਰੱਖਿਆ ਉਹਦੀ ਇੰਨੀ ਇੰਕਰੀਜ਼ ਹੋਈ ਹੈ। ਤਾਂ A ਦੀ ਕਿੰਨੀ ਇੰਕਰੀਜ਼ ਹੋਈ 3:4 ਦੀ ਰੇਸ਼ੋ 'ਚ ਇੰਕਰੀਜ਼ ਹੋਗੀ ਤੇ B ਦੀ ਕਿੰਨੀ ਇੰਕਰੀਜ਼ ਹੋਈ 2:3, ਠੀਕ ਹੈ। ਤਾਂ ਉਹੀ ਸੇਮ ਕਨਸੈਪਟ ਲਾਸਟ ਤੇ ਪ੍ਰੈਜ਼ੈਂਟ ਆਪਾਂ ਨੂੰ ਦੇ ਰੱਖੀ ਹੈ ਰੇਸ਼ੋ, ਆ ए ਦੀ ਲਾਸਟ ਹੈ, ए ਦੀ ਲਾਸਟ ਨੂੰ A ਦੀ ਲਾਸਟ ਨਾਲ ਕੰਪੇਅਰ ਕਰ ਲਾਂਗੇ ਤਾਂ 3 ਬਰਾਬਰ ਕਿੰਨਾ ਹੈ, ਇਹਦੇ ਵਿੱਚ 9 ਦੇ ਰੱਖਿਆ ਤਾਂ ਪ੍ਰੈਜ਼ੈਂਟ 4 ਬਰਾਬਰ ਕਿੰਨਾ ਹੋਊਗਾ 9/3 ਗੁਣਾ 4, ਓਕੇ। ਤਾਂ ਆਪਣੇ ਕੋਲੇ ਕੀ ਆ ਗਈ A ਦੀ ਪ੍ਰੈਜ਼ੈਂਟ ਦੀ ਰੇਸ਼ੋ 12 ਆ ਗਈ। ਹੁਣ ਐਂ B ਦੀ ਬਰਾਬਰ ਕਿੰਨੀ ਹੈ 2 ਬਰਾਬਰ ਕਿੰਨੀ ਹੈ 8, ਤਾਂ B ਦੀ ਪ੍ਰੈਜ਼ੈਂਟ 3 ਬਰਾਬਰ ਕਿੰਨੀ ਹੋਊਗੀ 8, ਤਾਂ B ਦੀ ਕਿੰਨੀ ਹੋਊਗੀ 8/2 ਗੁਣਾ 3, दैट मीन्स कितनी आ गई 12, ठीक है। तो की ਕੱਢਿਆ ਆਪਾਂ A ਦੀ ਲਾਸਟ ਨੂੰ A ਦੀ ਲਾਸਟ ਨਾਲ ਕੰਪੇਅਰ ਕਰ ਲਿਆ ਤਾਂ ਆਨਸਰ ਕਿੰਨਾ ਆ ਗਿਆ, A ਦੀ ਪ੍ਰੈਜ਼ੈਂਟ ਆਪਣੇ ਕੋਲੇ 12 ਆ ਗਈ। ਐਂ ਆਪਾਂ B ਦੀ ਲਾਸਟ ਨੂੰ B ਦੀ ਲਾਸਟ ਨਾਲ ਕੰਪੇਅਰ ਕਰ ਲਿਆ ਤਾਂ B ਦੀ ਲਾਸਟ ਆਪਣੇ ਕੋਲੇ ਕਿੰਨੀ ਆ ਗਈ 12, ਠੀਕ ਹੈ। ਹੁਣ A ਦੀ ਵੀ 12 ਸੀ ਪ੍ਰੈਜ਼ੈਂਟ, ਠੀਕ ਹੈ, B ਦੀ ਵੀ 12 ਹੈ, ठीक है। ਤਾਂ ਕੱਟੇਗਾ ਤਾਂ ਆਪਣੇ ਕੋਲੇ ਰੇਸ਼ੋ ਕਿੰਨੀ ਹੈ 1:1, ਇਹ ਆਪਣੇ ਕੋਲੇ ਪ੍ਰੈਜ਼ੈਂਟ ਪ੍ਰੋਡਕਸ਼ਨ ਦੀ ਰੇਸ਼ੋ ਆ ਗਈ। ਹੁਣ ਕੀ ਕਿਹਾ ਉਹਨਾਂ ਨੇ, ਕਹਿੰਦੇ ਪ੍ਰੈਜ਼ੈਂਟ ਪ੍ਰੋਡਕਸ਼ਨ ਆਫ ਟੋਟਲ ਟੁਆਇਜ਼ ਦੋਨਾਂ ਦੀ ਟੁਗੇਦਰ ਕਿੰਨੀ ਹੈ 16000, ਤਾਂ 1+1 ਰੇਸ਼ੋ ਦੇ ਵਿੱਚ ਕਿੰਨਾ 2, ਉਹ ਆਪਾਂ ਨੂੰ ਇਹਦੇ ਵਿੱਚ ਕਿੰਨਾ ਦੇ ਰੱਖਿਆ 16000 ਰੁਪਏ, ਠੀਕ ਹੈ। ਦੈਟ ਮੀਨਸ ਆਪਾਂ ਇਕੁਏਟ ਕਰ ਲਿਆ 2 ਬਰਾਬਰ 16000, ਕਹਿੰਦੇ ਫਾਈਂਡ ਦ ਪ੍ਰੈਜ਼ੈਂਟ ਪ੍ਰੋਡਕਸ਼ਨ ਆਫ ਕੰਪਨੀ A, ਤਾਂ ਕੰਪਨੀ A ਦੀ ਪ੍ਰੈਜ਼ੈਂਟ ਪ੍ਰੋਡਕਸ਼ਨ ਕਿੰਨੀ ਹੈ 1, ਤਾਂ 16000 ਡਿਵਾਈਡਡ ਬਾਈ 2 ਗੁਣਾ 1, ਤਾਂ ਆਪਣੇ ਕੋਲੇ ਕਿੰਨਾ ਆ ਗਿਆ 8000 ਆਨਸਰ ਆ ਗਿਆ। ਵੀ ਪ੍ਰੈਜ਼ੈਂਟ ਕਿੰਨੀ ਹੈ 8000 ਪ੍ਰੋਡਕਸ਼ਨ ਹੋ ਰਹੀ ਹੈ, ਠੀਕ ਹੈ ਸਟੂਡੈਂਟ। ਐਸੇ ਨਾਲ ਹੀ ਅੱਜ ਦੇ ਆਪਣੇ ਸਾਰੇ ਕਨਸੈਪਟਸ ਖਤਮ ਹੁੰਦੇ ਆ, ਜਿੰਨੇ ਤਰ੍ਹਾਂ ਦੇ ਕੁਐਸਚਨ ਸੀ, ਠੀਕ ਹੈ। ਕਈ ਟਾਈਪ ਦੇ ਉਹਦੇ ਵਿੱਚ ਕਿੰਨੀਆਂ ਮੋਡੀਫਿਕੇਸ਼ਨਸ ਆ ਉਹ ਸਾਰੀਆਂ ਅੱਜ ਆਪਾਂ ਪੜ੍ਹੀਆਂ, ਠੀਕ ਹੈ। ਤਾਂ ਨਾਲ ਨਾਲ ਪਲੀਜ਼ ਆਪਦੇ ਨੋਟਸ ਬਣਾਉਂਦੇ ਰਹੋ ਤਾਂ ਕਿ ਤੁਹਾਡੇ ਕੋਲੇ ਕੰਟੈਂਟ ਯਾਦ ਰਵੇ ਤੁਹਾਨੂੰ, ਠੀਕ ਹੈ। ਇੱਕ ਤੁਸੀਂ ਵੀਡੀਓ ਦੇਖੋਗੇ ਦੂਜੀ ਸਕਿਪ ਕਰ ਜਾਓਗੇ, ਜਦੋਂ ਤੀਜੀ ਵੀਡੀਓ ਦੇਖੋਗੇ ਤੁਹਾਨੂੰ ਪਹਿਲੀ ਵੀਡੀਓ 'ਚ ਕੀ ਦੇਖਿਆ ਸੀ ਉਹ ਯਾਦ ਨਹੀਂ ਰਹਿਣਾ, ਠੀਕ ਹੈ। ਤਾਂ ਇਸ ਲਈ ਤੁਹਾਡੇ ਮਾਈਂਡ 'ਚ ਜੇ ਤੁਸੀਂ ਚੀਜ਼ਾਂ ਰਿਕਾਲ ਰੱਖਣੀਆਂ ਤਾਂ ਕੀ ਕਰਨਾ, ਉਹਨੂੰ ਚਾਹੇ ਉਹ ਕਨਸੈਪਟ ਥੋੜੇ ਥੋੜੇ ਤੁਸੀਂ ਨੋਟ ਡਾਊਨ ਕਰਕੇ ਰੱਖੋ, ਬਟ ਰੱਖੋ ਜ਼ਰੂਰ ਤਾਂ ਕਿ ਇਨ ਫਿਊਚਰ ਤੁਸੀਂ ਰਿਵਾਈਜ਼ ਈਜ਼ੀਲੀ ਕਰ ਸਕੋ। ਥੈਂਕ ਯੂ ਸਟੂਡੈਂਟਸ। ਹੁਣ ਇਸ ਟਾਈਪ ਦੇ ਤੁਹਾਨੂੰ ਹੋਰ ਫਿਊਚਰਸ ਆਉਂਦੇ ਰਹਿਣਗੇ, ਹੋਰ ਆਪਾਂ ਇਸ ਨੂੰ ਅੱਗੇ ਸੀਰੀਜ਼ ਨੂੰ ਵਧਾਉਂਦੇ ਰਵਾਂਗੇ। ਥੈਂਕ ਯੂ ਸੋ ਮਚ।